ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਅੱਜ ਆਪਾਂ ਗੱਲ ਯੂਕੇ ਦੀ ਕਰਨ ਜਾ ਰਹੇ ਹਾਂ ਤੇ ਗੱਲਾਂ ਆਪਾਂ ਆਸਟ੍ਰੇਲੀਆ ਕੈਨੇਡਾ ਦੇ ਵੀ ਕਰਾਂਗੇ ਜ਼ਰੂਰ। ਯੂਕੇ ਦੇ ਰੀਸੈਂਟ ਜਿਹੜੇ ਵੀਜ਼ਾ ਲੱਗੇ ਨੇ, ਕੁਝ ਪ੍ਰੋਫਾਈਲਸ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਉਂਕਿ ਬਹੁਤ ਸਾਰੇ ਸਵਾਲ ਜਦੋਂ ਰਹਿੰਦੇ ਨਾ ਸਟੂਡੈਂਟਸ ਦੇ, ਯੂਕੇ ਹੈ ਜੀ, ਵਿਦਆਊਟ ਆਇਲਸ ਹੈ, ਸਾਡਾ ਵੀਜ਼ਾ ਲੱਗੇਗਾ ਕਿ ਨਹੀਂ ਲੱਗੇਗਾ। ਕੁਝ ਅਜਿਹੀਆਂ ਹੀ ਪ੍ਰੋਫਾਈਲਸ ਤੁਹਾਡੇ ਨਾਲ ਅੱਜ ਅਸੀਂ ਸਾਂਝੀਆਂ ਵੀ ਕਰਾਂਗੇ ਤੇ ਬਹੁਤ ਸਾਰੇ ਹੋਰ ਮਾਸਟਰਸ ਲਈ ਕੀ ਆਪਸ਼ਨਸ ਨੇ, ਕਿਸ ਤਰ੍ਹਾਂ ਸਟੂਡੈਂਟ ਅਪਲਾਈ ਕਰਨ, ਹੁਣ ਕਿਹੜੇ ਕਮਿੰਗ ਇਨਟੇਕਸ ਵਿੱਚ ਤੁਸੀਂ ਕਿਹੜੇ ਪ੍ਰੋਸੈਸ ਦੇ ਨਾਲ ਅਪਲਾਈ ਕਰਨਾ ਹੈ, ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਸ਼ੋਅ ਦੇ ਜ਼ਰੀਏ ਅੱਜ ਸਾਂਝੀ ਕਰਨ ਜਾ ਰਹੇ ਨੇ VSS ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਮਿਸਟਰ ਸੁਪ੍ਰੀਤ ਸਿੰਘ SP ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮੇਰੀ ਪਿਆਰੀ ਟੀਮ ਵੱਲੋਂ ਤੁਹਾਨੂੰ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ SP ਜੀ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਕਿ ਤੁਹਾਡੇ ਰੀਸੈਂਟਲੀ ਬਹੁਤ ਸਾਰੇ ਵੀਜ਼ਾ ਲੱਗ ਕੇ ਆਏ ਨੇ ਯੂਕੇ ਦੇ, ਤੇ ਮੈਂ ਉਸੇ ਤੋਂ ਸ਼ੁਰੂਆਤ ਕਰਨਾ ਚਾਹੂੰਗੀ ਜ਼ਰੂਰ। ਪ੍ਰੋਫਾਈਲਸ ਥੋੜਾ ਜਾਣਨਾ ਚਾਹਾਂਗੇ, ਵਿਦਆਊਟ ਆਇਲਸ ਕਿੰਨੀਆਂ ਕੁ ਪ੍ਰੋਫਾਈਲਸ ਰਹੀਆਂ, ਰਿਫਿਊਜ਼ਲ ਵਾਲੇ ਕੇਸਿਸ ਬਾਰੇ ਜਾਣਨਾ ਚਾਹਾਂਗੇ, ਸਪਾਊਸ ਕੇਸਿਸ ਬਾਰੇ ਜਾਣਨਾ ਚਾਹਾਂਗੇ, ਕਿਵੇਂ ਦਾ ਸਕਸੈਸ ਰੇਟ ਰਿਹਾ। ਬੇਸਿਕਲੀ ਥੈਂਕ ਯੂ ਹਰਜੋਤ ਜੀ। ਪਹਿਲਾਂ ਤੇ ਜਿਹੜਾ ਮੈਂ ਕੱਲ ਵੀ ਇੱਥੇ ਸ਼ੁਕਰਾਨਾ ਕੀਤਾ ਸੀਗਾ ਜੀ, ਜਿਹੜੇ ਸਟੂਡੈਂਟਸ ਨੇ, ਜਿਹੜੇ ਮਾਪਿਓ ਜਿਨ੍ਹਾਂ ਨੇ ਸਾਡੇ ਤੇ ਟਰਸਟ ਕੀਤਾ ਸੀਗਾ, ਸ਼ਾਇਦ ਉਹਨਾਂ ਦੀ ਬਦੌਲਤ ਹੀ ਅਸੀਂ ਕੱਲ ਦਾ ਜਿਹੜਾ ਈਵੈਂਟ ਸੀਗਾ ਜਾਂ ਕੱਲ ਦਾ ਇੱਕ ਸਕਸੈਸਫੁਲ ਡੇ ਸੀਗਾ ਉਹ ਦੇਖਿਆ। ਢੇਰ ਸਾਰੇ ਵੀਜ਼ਾਜ਼ ਆਏ, ਚਲੋ ਬਾਬੇ ਨਾਨਕ ਦੀ ਬੜੀ ਕਿਰਪਾ ਆ। ਇਹ ਸਾਰੇ ਪ੍ਰੋਫਾਈਲਸ ਉਹ ਸੀ ਜਿਹੜੇ ਪਹਿਲਾਂ ਹੀ ਕਿਤੋਂ ਠੱਗੇ ਗਏ ਸੀਗੇ ਜਾਂ ਤੰਗ ਹੋਏ ਸੀਗੇ ਜਾਂ ਖਰਾਬ ਹੋਏ ਸੀ, ਟਾਈਮ ਖਰਾਬ ਕੀਤਾ ਸੀਗਾ। ਬੇਸਿਕਲੀ ਇਹਨਾਂ ਦੇ ਵਿੱਚ ਕੀ ਚੱਕਰ ਪੈਂਦਾ ਹੁੰਦਾ ਹੈ ਕਿ ਕੋਈ ਪਹਿਲਾਂ ਰਿਫਿਊਜ਼ ਸੀਗਾ ਕਿਸੇ ਕੰਟਰੀ ਤੋਂ, ਕਿਸੇ ਮਾੜੀ ਸਲਾਹ ਕਰਕੇ ਕਿਸੇ ਦਾ ਟਾਈਮ ਖਰਾਬ ਹੋਇਆ ਸੀਗਾ। ਕੋਈ 5-5 ਸਾਲ ਪੁਰਾਣਾ ਬੱਚਾ ਸੀਗਾ ਜਿਹਨੂੰ 5 ਸਾਲ ਪਹਿਲਾਂ ਹੀ ਟਰਾਈ ਕਰਦੇ ਪਏ ਸੀਗੇ ਬਾਹਰ ਜਾਣਾ। ਸਾਡੇ ਦਫ਼ਤਰ ਦੇ ਵਿੱਚ ਆ ਕੇ ਵੱਧ ਤੋਂ ਵੱਧ 2-2.5 ਮਹੀਨੇ ਦਾ ਜਿਹੜਾ ਪ੍ਰੋਸੈਸ ਸੀਗਾ ਯੂਕੇ ਦਾ ਉਹ ਕੰਪਲੀਟ ਕਰਕੇ ਉਹਨੂੰ ਵੀ ਵੀਜ਼ਾ ਦਿੱਤਾ। ਸੋ ਅਲਟੀਮੇਟਲੀ ਇਹ ਸਾਰੇ ਉਹ ਪ੍ਰੋਫਾਈਲ ਸੀਗੇ ਜਿਹੜੇ ਵਿਦਆਊਟ ਆਇਲ ਸੀ। ਇਹ ਕੱਲ ਮੈਂ ਅੱਜ ਵੀ ਦੁਬਾਰਾ ਰਿਪੀਟ ਕਰਦਾ, ਕੱਲ ਮੈਂ ਲਾਈਵ ਦੇ ਵਿੱਚ ਵੀ ਕਿਹਾ ਸੀਗਾ ਕਿ 99.9% ਇਹ ਪ੍ਰੋਫਾਈਲਸ ਵਿਦਆਊਟ ਆਇਲ ਸੀਗੇ ਜਿਹੜੇ ਮੈਂ ਕੱਲ ਸਾਰੇ ਸਕਸੈਸਫੁਲ ਡੇ ਤੇ ਵੀਜ਼ਾਸ ਦਿੱਤੇ। ਜੀ ਬਿਲਕੁਲ। ਚਲੋ ਵਿਦਆਊਟ ਆਇਲਸ ਵਾਲਿਆਂ ਦੇ ਕਾਫੀ ਇਹ ਡਾਊਟ ਕਲੀਅਰ ਹੋ ਗਿਆ ਹੋਵੇਗਾ, ਪਰ ਜਿਹੜੇ ਰਿਫਿਊਜ਼ਲ ਕੇਸਿਸ ਸੀ ਉਹ ਵੀ ਕਈ ਥਾਂ ਤੋਂ ਜਿਹੜੇ ਰਿਫਿਊਜ਼ ਹੋ ਕੇ ਸਟੂਡੈਂਟਸ ਆਏ ਸੀ ਤੁਹਾਡੇ ਕੋਲ ਬੜੀ ਉਮੀਦ ਦੇ ਨਾਲ, ਤੇ ਤੁਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਹੋ। ਬੇਸਿਕਲੀ ਮੈਡਮ ਕੱਲ ਮੈਂ ਇਹਨਾਂ ਚੀਜ਼ਾਂ ਤੋਂ ਬਾਰੇ ਕਾਉਂਸਲਿੰਗ ਵੀ ਕੀਤੀ, ਉਹਦੇ 'ਚ ਮੈਨੂੰ ਸਪੈਸ਼ਲੀ ਕਿਸੇ ਕਲਾਇੰਟ ਨੇ ਕਿਹਾ ਸਰ ਇਹ ਛੋਟੀਆਂ ਗੱਲਾਂ, ਰਿਫਿਊਜ਼ਲ ਤੁਹਾਡੇ ਵਾਸਤੇ ਛੋਟੀਆਂ, ਤੁਸੀਂ ਪਲੀਜ਼ ਸਾਡਾ ਵੀਜ਼ਾ ਲਵਾ ਦਿਓ। ਬੇਸਿਕਲੀ ਇਹ ਸਾਡਾ ਤਜਰਬਾ ਬੋਲਦਾ ਹੈ ਜੀ, ਸਾਡੀ ਪ੍ਰੈਕਟਿਸ ਬੋਲਦੀ ਆ। ਅਸੀਂ ਐਕਸਪੈਰੀਮੈਂਟਲ ਨਹੀਂ ਹੈਗੇ, ਅਸੀਂ ਹਰੇਕ ਚੀਜ਼ ਦਾ ਤੱਥ ਕੱਢ ਕੇ, ਲੌਜਿਕ ਕੱਢ ਕੇ ਜਦੋਂ ਪ੍ਰੈਜੈਂਟੇਸ਼ਨ ਦਿੰਦੇ ਆ ਕਿਸੇ ਬੱਚੇ ਦੀ, ਉਹਨੂੰ ਰਿਜ਼ਲਟ ਦੇ ਵਿੱਚ ਵੀਜ਼ਾ ਦਿੰਦੇ ਆ। ਸੋ ਬੇਸਿਕਲੀ ਇਹ 100% ਸਕਸੈਸ ਰੇਟ ਕੱਲ ਦੇ ਵੀਜ਼ਿਆਂ ਦੇ ਨਾਲ ਦੁਬਾਰਾ ਸੀਗਾ ਸਾਡਾ। ਇਹਦੇ ਵਿੱਚ ਰਿਫਿਊਜ਼ਡ ਕਲਾਇੰਟ ਬਹੁਤ ਜ਼ਿਆਦਾ ਸੀਗੇ। ਫਿਰ ਉਸ ਤੋਂ ਬਾਅਦ ਚਾਹੁੰਦੇ ਆ ਜਿਹੜੇ ਸਪਾਊਸ ਨਾਲ ਜਾਣਾ ਚਾਹੁੰਦੇ ਸੀਗੇ। ਅਲਟੀਮੇਟਲੀ ਜੇ ਤੁਸੀਂ ਸਪਾਊਸ ਵੇਖੋਗੇ ਤਾਂ ਸ਼ਾਇਦ ਸਾਡਾ ਜਿਹੜਾ ਪੇਜ ਆ ਫੇਸਬੁੱਕ ਦਾ ਉਹ ਬੈਕ ਜਾ ਕੇ ਦੇਖੋਗੇ ਭਰਿਆ ਪਿਆ ਜਿੱਥੇ ਸਪਾਊਸ ਦੇ ਵੀਜ਼ਾਜ਼ ਹੀ ਹੈਗੇ ਆ, ਕਿਉਂਕਿ ਮੇਰਾ ਇਕੱਲੇ ਦਾ ਨਾਰਾ ਇਹ ਹੈ ਕਿ #FlyWithYourSpouse ਚੈਲੰਜ। ਜੇ ਇਕੱਠੇ ਨਹੀਂ ਗਏ ਤਾਂ ਸਾਡੇ ਕੋਲ ਫਾਈਲ ਲਵਾਉਣ ਦਾ ਕੋਈ ਫਾਇਦਾ ਨਹੀਂ ਤੁਹਾਡਾ। ਜੇ ਤੁਹਾਡੇ ਦੋਵਾਂ ਦੇ ਇਕੱਠੇ ਵੀਜ਼ੇ ਨਹੀਂ ਆਏ, ਇਕੱਠੇ ਪਾਸਪੋਰਟ ਤੁਹਾਨੂੰ ਨਹੀਂ ਦਿਖਾਏ, ਤਾਂ ਸਾਡੇ ਕੋਲ ਤੁਹਾਡਾ ਫਾਈਲ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਜੀ ਬਿਲਕੁਲ। ਸੋ ਅਸੀਂ ਕੰਪਲੀਟ ਫੈਮਿਲੀ ਸੈਟਲਮੈਂਟ ਲਈ ਯੂਕੇ ਨੂੰ ਦੇਖਦੇ ਹਾਂ ਔਰ ਬਹੁਤ ਵਧੀਆ ਢੰਗ ਨਾਲ ਫਾਈਲਿੰਗ ਕਰਕੇ SP ਜੀ ਨੇ ਵੀਜ਼ਾ ਲਗਾ ਕੇ ਸਬੂਤ ਵੀ ਦੇ ਦਿੱਤਾ ਹੈ ਕਿ ਵਧੀਆ ਢੰਗ ਨਾਲ ਅਗਰ ਫਾਈਲਿੰਗ ਹੋਏਗੀ ਤਾਂ ਵੀਜ਼ਾ ਆਏਗਾ ਹੀ ਆਏਗਾ। ਸੋ ਅਗਰ ਆਪਾਂ ਹੁਣ ਦੀ ਗੱਲ ਕਰੀਏ, ਕਮਿੰਗ ਇਨਟੇਕਸ ਦੀ ਗੱਲ ਕਰ ਲਈਏ, ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਕਿਹੜੇ ਸਟੂਡੈਂਟਸ ਹੁਣ ਕਿਹੜੇ ਕਮਿੰਗ ਇਨਟੇਕ ਲਈ ਅਪਲਾਈ ਕਰਨ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੇ ਜਿਨ੍ਹਾਂ ਦੇ ਉੱਪਰ ਜਲਦੀ ਆਫਰ ਲੈਟਰ ਆ ਜਾਂਦੀ ਹੈ। ਪਹਿਲਾਂ ਤੇ ਕੱਲ ਵਾਲੇ ਬੱਚਿਆਂ ਵਰਗੀ ਇਹ ਪ੍ਰੋਫਾਈਲਸ ਦੱਸ ਦਵਾਂ। ਜੇਕਰ ਤੁਸੀਂ 5 ਸਾਲ ਦਾ ਗੈਪ ਹੈ, ਤੁਹਾਡਾ 55% ਨੰਬਰ ਹੈਗੇ ਆ, ਅੱਜ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਆਉਣ ਵਾਲੀ ਮਈ ਇਨਟੇਕ ਵਾਸਤੇ, ਮਾਰਚ ਦਾ ਤਾਂ ਚਲੋ ਮੇਰੇ ਕੇਸਿਸ ਪੈਂਡਿੰਗ ਪਏ ਆ, ਮਈ ਇਨਟੇਕ ਵਾਸਤੇ ਵੀ ਆ। ਬਹੁਤ ਮੇਰੇ ਕੰਸਲਟੈਂਟ ਵੀਰਾਂ ਨੇ ਵੀ ਕਹਿਣਾ ਹੈ ਕਿ ਮਾਰਚ ਕਿੱਥੇ ਗੱਲਾਂ ਚੱਲਦੀਆਂ ਪਈਆਂ, ਫਰਵਰੀ ਤਾਂ ਮੁੱਕਣ ਵਾਲਾ ਹੈ। ਬਟ ਉਹੀ ਗੱਲ ਆ ਵੀ ਜੇ ਸਾਡਾ ਰਿਲੇਸ਼ਨ ਸਟਰੋਂਗ ਹੈ ਯੂਨੀਵਰਸਿਟੀ ਦੇ ਨਾਲ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ। ਕੁਝ ਵੀ ਦੇ ਵਿੱਚ ਇਹ ਹੈ ਕਿ ਸਾਡੇ ਇਨਟੇਕਸ ਆ, ਸਾਡੀਆਂ ਹੀ ਸੀਟਾਂ। ਸੋ ਜੇ ਤੁਸੀਂ ਜਿੱਦਾਂ ਮਰਜ਼ੀ ਨੂੰ ਪ੍ਰੈਜੈਂਟੇਸ਼ਨ ਦੇ ਲਿਓ, ਬਟ ਇਹ ਹੈ ਕਿ ਸਾਡੇ ਪ੍ਰੈਕਟੀਕਲ ਨੌਲੇਜ ਦੇ ਹਿਸਾਬ ਨਾਲ ਅਸੀਂ ਮਾਰਕੀਟ 'ਚ ਰਿਜ਼ਲਟ ਦਿੱਤਾ, ਗੱਲਾਂ ਨਹੀਂ ਕੀਤੀਆਂ। ਗੱਲਾਂ ਸਾਰੇ ਕਰਦੇ ਆ, ਰਿਜ਼ਲਟ ਘੱਟ ਦਿੰਦੇ ਆ। ਸੋ ਰਿਜ਼ਲਟ ਦਿੱਤਾ ਆ, ਰਿਜ਼ਲਟ ਦੇਖਿਆ ਹੈ ਲੋਕਾਂ ਨੇ, ਉਹਨਾਂ ਨੇ ਤਾਂ ਹੀ ਟਰਸਟ ਕੀਤਾ ਹੈ। ਅੱਗੇ ਵੀ ਆਉਣ ਵਾਲੀਆਂ ਪ੍ਰੋਫਾਈਲਸ ਜਿਹੜੀਆਂ ਆ ਉਹ ਸ਼ੇਅਰ ਕਿਹੜੀਆਂ ਹੋਈਆਂ ਸੀ ਸਾਡੇ ਨਾਲ, ਜਿਹੜੇ ਆਲਰੇਡੀ ਵਿਦਆਊਟ ਆਇਲਸ ਜਾਣਾ ਚਾਹੁੰਦੇ ਆ। ਇਹ ਧਿਆਨ ਨਾਲ ਸਮਝ ਲਿਓ, ਵਿਦਆਊਟ ਆਇਲਸ ਕੌਣ ਜਾ ਸਕਦਾ। +2 ਵਾਲਿਆਂ ਦੀ ਗੱਲ ਨਹੀਂ ਕਰਦਾ ਪਿਆ, +2 ਵਾਲਿਆਂ ਦਾ ਮੇਲਾ ਖਤਮ ਹੋ ਚੁੱਕਿਆ ਇਸ ਟਾਈਮ ਤੇ। ਜੇ ਗ੍ਰੈਜੂਏਟ ਹੈਗੇ ਹੋ, ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ 2018 ਦੇ ਵਿੱਚ, ਮੌਕਾ ਹਜੇ ਵੀ ਅਖੀਰਲਾ ਤੁਹਾਡੇ ਕੋਲ ਹੈਗਾ ਮਈ ਇਨਟੇਕਸ ਅਪਲਾਈ ਕਰਨ ਦਾ।
ਸਿਰਫ ਤੇ ਸਿਰਫ ਤੁਹਾਡੀ ਜ਼ੁਬਾਨ ਫਲੈਕਸੀਬਲ ਹੋਣੀ ਚਾਹੀਦੀ ਹੈ ਅੰਗਰੇਜ਼ੀ ਦੇ ਵਿੱਚ। ਨੰਬਰ 55% ਹੈਗੇ ਆ, ਤੁਹਾਨੂੰ ਬਾਹਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਬਿਲਕੁਲ ਬਿਲकुल। ਸੋ ਵਿਦਆਊਟ ਆਇਲਸ ਕਹਿਣ ਦਾ ਇਹ ਨਹੀਂ ਮਤਲਬ ਹੋ ਜਾਂਦਾ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੈ ਤੇ ਤੁਸੀਂ ਵਿਦਆਊਟ ਆਇਲਸ ਯੂਕੇ ਚਲੇ ਜਾਓਗੇ। ਸੋ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਵੀ ਦੇਖਣੀਆਂ ਪੈਂਦੀਆਂ। ਇੱਕ ਐਕਸਪਰਟ ਹੀ ਜੋ ਏਜੰਟ ਹੈ, ਕਾਉਂਸਲਰ ਹੈ, ਤੁਹਾਡਾ ਕੰਸਲਟੈਂਟ ਹੈ, ਉਹੀ ਜੋ ਹੈ ਤੁਹਾਡੀ ਸਹੀ ਮੈਚ ਕਰਦੇ ਹੋਏ ਫਾਈਲਿੰਗ ਕਰਕੇ ਤੁਹਾਡਾ ਵੀਜ਼ਾ ਲਿਆ ਸਕਦੇ ਨੇ। ਬਾਕੀ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ, ਚਾਹੇ ਸਟੂਡੈਂਟਸ ਨੇ, ਚਾਹੇ ਪੇਰੈਂਟਸ ਸਾਡੇ ਸ਼ੋਅ ਦੇ ਨਾਲ ਜੋ ਲਗਾਤਾਰ ਜੁੜਦੇ ਨੇ, ਤੁਸੀਂ ਇਹ ਜੋ ਨੰਬਰ ਅਸੀਂ ਡਿਸਪਲੇ ਕੀਤਾ ਹੋਇਆ ਇਸ ਦੇ ਉੱਪਰ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਵੀ ਜ਼ਰੂਰ ਦਿੱਤੇ ਜਾਣਗੇ। ਸੋ ਹੁਣ ਆਪਾਂ ਜੋ ਮੈਂ ਇਨਟੇਕ ਦੀ ਗੱਲ ਕੀਤੀ ਸੀ, ਮਾਰਚ ਦੀ ਤੁਸੀਂ ਗੱਲ ਕਰਦੇ ਹੋ, ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲ ਰਿਹਾ, ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਕਹੋਗੇ, ਕਿਉਂਕਿ ਹਰ ਪ੍ਰੋਫਾਈਲ ਰੈਡੀ ਨਹੀਂ ਹੁੰਦੀ ਨਾ, ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਕਹੋਗੇ ਕਿ ਇਸ ਲਿਮਿਟਿਡ ਟਾਈਮ ਵਿੱਚ ਵੀ ਉਹ ਅਪਲਾਈ ਕਰ ਸਕਦੇ ਦੇਖੋ ਮਾਰਚ ਦੀ ਮੈਂ ਆਪਸ਼ਨ ਨਹੀਂ ਦੇਣਾ, ਮਾਰਚ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਦੀਆਂ ਪ੍ਰੋਫਾਈਲਸ ਇਨਕੰਪਲੀਟ ਸੀਗੀਆਂ ਸਾਡੇ ਕੋਲ, ਉਹ ਮਾਰਚ ਦੇ ਵਿੱਚ ਅਸੀਂ ਕੰਪਲੀਟ ਕਰਕੇ ਉਹਨਾਂ ਨੂੰ ਤਕਰੀਬਨ ਐਮਬੈਸੀ ਤੱਕ ਪਹੁੰਚਾ ਕੇ ਉਹਨਾਂ ਦਾ ਜਿਹੜਾ ਡ੍ਰੀਮ ਹੈ ਪੂਰਾ ਕਰ ਦਵਾਂਗੇ। ਇਸ ਟਾਈਮ ਤੇ ਗੱਲ ਸਿਰਫ ਤੇ ਸਿਰਫ ਕਰਦਾ ਪਿਆ ਵਿਦਆਊਟ ਆਇਲਸ ਮਾਈ ਇਨਟੇਕ ਦੀ। ਮਾਈ ਇਨਟੇਕ ਵਾਸਤੇ ਵੀ ਜੇਕਰ ਤੁਸੀਂ ਅੱਜ ਵੀ ਮੇਰੇ ਕੋਲ ਆਉਂਦੇ ਹੋ ਤਾਂ ਵੀ ਤੁਸੀਂ ਲੇਟ ਹੋ, ਬਟ ਤੁਹਾਡੇ ਯੈਸ ਤੁਹਾਡੀ ਬਾਂਹ ਜ਼ਰੂਰ ਫੜਾਂਗੇ। ਮਾਈ ਇਨਟੇਕ ਵਾਸਤੇ ਸਾਡੀਆਂ ਆਪਸ਼ਨਸ ਪਈਆਂ ਹੋਈਆਂ। ਸੈਪਟੈਂਬਰ ਵਾਸਤੇ ਤਕਰੀਬਨ ਸਾਰੀਆਂ ਯੂਨੀਵਰਸਿਟੀਜ਼ ਖੁੱਲੀਆਂ ਆ। ਸੈਪਟੈਂਬਰ ਸਾਰੇ ਕਰਦੇ ਪਿਆ, ਵਿਦਆਊਟ ਆਇਲਸ ਕੋਈ ਨਹੀਂ ਕਰਦਾ ਹੋਊਗਾ। ਸੈਪਟੈਂਬਰ 'ਚ ਵੀ ਵਿਦਆਊਟ ਆਇਲਸ ਲੈ ਕੇ ਜਾਵਾਂਗੇ ਤੁਹਾਨੂੰ, ਮਈ ਦੇ ਵਿੱਚ ਵੀ ਵਿਦਆਊਟ ਆਇਲਸ ਲੈ ਕੇ ਜਾਵਾਂਗੇ। ਸੈਪਟੈਂਬਰ ਵਾਸਤੇ ਹੋਰ ਆਪਸ਼ਨਸ ਜਿਹੜੀਆਂ ਆਉਣਗੀਆਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਬਟ ਇਹੀ ਹੈ ਕਿ ਇਸ ਟਾਈਮ ਤੇ ਜਿੰਨੀ ਛੇਤੀ ਹੋ ਸਕਦਾ ਆਪਣੇ ਅਪਲਾਈ ਕਰੋ, ਕਿਉਂਕਿ ਰੂਲਸ ਦਾ ਜਿਹੜਾ ਰੌਲਾ ਪਾਇਆ ਹੋਇਆ ਸੀ ਨਾ, ਉਹ ਨੈਗੇਟਿਵਿਟੀ ਜਿਹੜੀ ਆ ਉਹ ਮੈਂ ਜ਼ਰੂਰ ਖਤਮ ਕਰਨੀ ਚਾਹੂੰਗਾ ਕਿ ਹੱਲੇ ਤੱਕ ਕਿਤੇ ਪ੍ਰਵਾਨਗੀ ਨਹੀਂ ਹੋਈ। ਟੈਨਸ਼ਨ ਨਾ ਲਓ, ਜਿੱਦਾਂ ਪਹਿਲਾਂ ਬੱਚੇ ਜਾਂਦੇ ਸੀ ਉਦਾਂ ਹੀ ਹਜੇ ਵੀ ਬੱਚੇ ਜਾਣਗੇ। ਜੀ ਬਿਲਕੁਲ, ਸਪਾਊਸ ਜ਼ਰੂਰ ਜਾਊਗਾ ਨਾਲ। ਜੀ ਬਿਲਕੁਲ। ਤੁਸੀਂ ਸੈਪਟੈਂਬਰ ਇਨਟੇਕ ਦੀ ਵੀ ਜਿਵੇਂ ਗੱਲ ਕਰ ਰਹੇ ਹੋ, ਹੁਣੇ ਜੇ ਅਪਲਾਈ ਕਰ ਰਹੇ ਨੇ ਸਟੂਡੈਂਟਸ, ਆਫਰ ਲੈਟਰਸ ਕਿੰਨੀ ਕੁ ਤੇਜ਼ੀ ਨਾਲ ਆ ਰਹੀਆਂ, ਕਿੰਨਾ ਕੁ ਰੁਝਾਨ ਹੈ? ਦੇਖੋ 3 ਤੋਂ 4 ਹਫ਼ਤੇ ਤਾਂ ਜ਼ਰੂਰ ਲੈਣੀਆਂ ਕੋਈ ਚੰਗੀ ਯੂਨੀਵਰਸਿਟੀਜ਼, ਬਟ ਇਹ ਹੈ ਕਿ ਜੇ ਵਿਦ ਆਇਲਸ ਹੈਗੇ ਹੋ ਤੁਸੀਂ ਫਿਰ ਤਾਂ ਆਪਸ਼ਨਸ ਹੈਗੀਆਂ ਤੁਹਾਡੇ ਕੋਲ ਸੈਪਟੈਂਬਰ ਇਨਟੇਕ ਲਈ। ਬਟ ਜੇਕਰ ਤੁਹਾਡੇ ਕੋਲ ਵਿਦਆਊਟ ਆਇਲਸ ਦੀ ਆਪਸ਼ਨ ਹੈ ਤਾਂ ਤੁਸੀਂ ਘਬਰਾਓ ਨਾ, ਹਫ਼ਤੇ ਦੇ ਅੰਦਰ ਅੰਦਰ ਆਫਰ ਲੈਟਰ ਦੇਣ ਦਾ ਵਾਅਦਾ ਕਰਾਂਗੇ। ਓਪਨਲੀ ਚੈਲੰਜ ਕਰਦਾ ਪਿਆ, ਜੇਕਰ ਤੁਸੀਂ ਸਾਡੇ ਕਿਹਾ ਚੱਲੋਗੇ ਕਿ ਕਿਹੜੇ ਤਰੀਕੇ ਨਾਲ ਤੁਸੀਂ ਚੱਲਣਾ ਹੈ, ਕਿਹੜੇ ਤਰੀਕੇ ਨਾਲ ਪ੍ਰੈਜੈਂਟੇਸ਼ਨ ਦੇਣੀ ਹੈ ਇੰਟਰਵਿਊ ਦੇ ਵਿੱਚ, ਇਹ ਵਿਦਆਊਟ ਆਇਲਸ ਵਾਲਾ ਜਿਹੜਾ ਡਰ ਹੈ ਨਾ, ਹਊਆ ਆ, ਇਹ ਤੁਸੀਂ ਆਪਣੇ ਪਿੰਡ 'ਚ ਆਪ ਜਾ ਕੇ ਕਹੋਗੇ ਵੀ ਵੀਜ਼ਾ ਲੱਗਦਾ ਵਿਦਆਊਟ ਆਇਲਸ। ਬਿਲਕੁਲ। ਤੇ ਇੱਥੇ ਸਟੂਡੈਂਟਸ ਨੂੰ ਨਾ ਇੱਕ ਕਲੈਰਿਟੀ ਹੋਰ ਦੇਣੀ ਬਹੁਤ ਜ਼ਰੂਰੀ ਹੈ ਕਿ ਵਿਦਆਊਟ ਆਇਲਸ ਹੁੰਦਾ ਹੈ, ਵਿਦਆਊਟ ਇੰਟਰਵਿਊ ਨਹੀਂ ਹੁੰਦਾ, ਹੈ ਨਾ। ਸਟੂਡੈਂਟਸ ਨਾ ਕਈ ਵਾਰੀ ਇਹੀ ਆਪਸ਼ਨ ਦਾ ਸਾਡੇ ਕੋਲ ਵੀ ਸਵਾਲ ਬਹੁਤ ਆਉਂਦਾ ਜੀ, ਯੂਕੇ ਜਾਣਾ ਹੈ, ਵਿਦਆਊਟ ਆਇਲਸ ਹੋ ਜੇ, ਵਿਦਆਊਟ ਇੰਟਰਵਿਊ ਹੋ ਜੇ, ਕੋਈ ਤਾਂ ਆਪਸ਼ਨ ਹੋਏਗੀ। ਸੋ ਮੈਂ ਇਹ ਵੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਦੇਖੋ ਇਹਦੇ 'ਚ ਪਤਾ ਕੀ ਹੈ, ਸਟੂਡੈਂਟ ਕੀ ਕਹਿੰਦਾ ਪਿਆ ਜੀ, ਘਰੋਂ ਪੱਕੀ ਪਕਾਈ ਮਿਲ ਜਾਵੇ ਤਾਂ ਬਸ ਠੀਕ ਆ, ਉਹ ਖੀਰ ਨੂੰ ਵੀ ਫੂਕਾ ਮਾਰ ਕੇ ਨਹੀਂ, ਉਹ ਕਹਿੰਦੇ ਠੰਡੀ ਕਰ ਦਿਓ ਅਸੀਂ ਆਪੇ ਖਾ ਲਾਂਗੇ। ਸੋ ਅਲਟੀਮੇਟਲੀ ਗੱਲ ਇਹ ਹੈ ਕਿ ਜਿੱਥੇ ਵਿਦਆਊਟ ਆਇਲਸ ਹੈ ਉੱਥੇ ਬੋਲਣਾ ਪੈਣਾ, ਜਿੱਥੇ ਵਿਦ ਆਇਲਸ ਹੈ ਉੱਥੇ ਕੋਈ ਨਾ ਕੋਈ ਆਪਸ਼ਨ ਤੁਹਾਨੂੰ ਲੱਭ ਦਾਂਗੇ ਜਿੱਥੇ ਬੋਲਣਾ ਨਹੀਂ ਪੈਣਾ। ਬਟ ਇੱਕ ਗੱਲ ਯਾਦ ਰੱਖਿਓ, ਸੈਪਟੈਂਬਰ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਨਾ ਵਿਦਆਊਟ ਇੰਟਰਵਿਊ ਜਾਣਾ, ਐਮਬੈਸੀ ਦੀ ਇੰਟਰਵਿਊ ਤੁਹਾਨੂੰ 99.9% ਆਉਣੀ ਹੀ ਆਉਣੀ ਹੈ। ਇਹ ਮੈਂ ਡਰਾ ਨਹੀਂ ਰਿਹਾ, ਬਟ ਇਹੀ ਹੈ ਕਿ ਥੋੜੀ ਜਿਹੀ ਸਖਤਾਈ ਜਿਹੜੀ ਹੋਣੀ ਹੈ ਨਾ, ਜਿਹੜੀ ਯੂਨੀਵਰਸਿਟੀਜ਼ ਕਹਿੰਦੀਆਂ ਸੀ ਅਸੀਂ ਇਕੱਲੀ ਆਇਲਸ ਨਾਲ ਤੁਹਾਡੀ ਪ੍ਰਵਾਨਗੀ ਕਰ ਲਾਂਗੇ, ਐਮਬੈਸੀ ਤੁਹਾਨੂੰ ਜਾਣ ਨਹੀਂ ਦਊਗੀ ਸੌਖਾ। ਸੋ ਇੰਟਰਵਿਊ ਦਿੱਤੀ ਹੋਊਗੀ, ਤੁਹਾਡਾ ਇੱਕ ਡਰ ਨਿਕਲਿਆ ਹੋਊਗਾ ਵੀ ਇੰਟਰਵਿਊ ਦੇ ਵਿੱਚ ਕੀ ਪੁੱਛਦੇ ਆ। ਸੋ ਇਹ ਇੰਟਰਵਿਊਜ਼ ਵਾਲਾ ਜਿਹੜਾ ਫੰਡਾ ਆ ਉਹਨੂੰ ਤੁਸੀਂ ਜ਼ਰੂਰ ਕਲੀਅਰ ਕਰੋਗੇ ਇੱਕ ਚੰਗੇ ਮੈਂਟਰ ਦੀ ਗਾਈਡੈਂਸ ਦੇ ਨਾਲ। ਇਹ ਇੰਟਰਵਿਊ ਨਹੀਂ ਕੀਤੀ ਕਲੀਅਰ, ਤੁਸੀਂ ਫਸ ਜਾਣਾ। ਸੋ ਤਕਰੀਬਨ ਰਿਫਿਊਜ਼ਲਸ ਹਜੇ ਤੱਕ ਕਿਸੇ ਨੇ ਨਹੀਂ ਦੇਖੀਆਂ, ਬਟ ਆਉਣ ਵਾਲੇ ਇਨਟੇਕਸ ਦੇ ਵਿੱਚ ਇਹੀ ਪੁਆਇੰਟਸ ਤੇ ਰਿਫਿਊਜ਼ਲਸ ਆਉਣਗੀਆਂ, ਇਹ ਮੈਂ 101% ਕਹਿ ਰਿਹਾ। ਸੋ ਕਾਲਰਸ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ, ਪਹਿਲੀ ਕਾਲ ਆਪਾਂ ਜ਼ਰੂਰ ਰਿਸੀਵ ਕਰ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਸਿਮਰਨ ਗੱਲ ਕਰ ਰਹੀ ਹਾਂ ਅੰਮ੍ਰਿਤਸਰ ਤੋਂ। ਜੀ ਸਿਮਰਨ ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰੀਆਂ ਨਾ ਆਸਟ੍ਰੇਲੀਆ ਦੇ ਵਿੱਚੋਂ ਰਿਫਿਊਜ਼ਲ ਆਈ ਹੈਗੀ ਹੈ, ਕਿਉਂਕਿ ਅਗਰ ਹੁਣ ਮੈਂ ਦੁਬਾਰਾ ਯੂਕੇ ਦਾ ਅਪਲਾਈ ਕਰਨਾ ਹੋਏਗਾ ਹੋ ਜਾਏਗਾ? ਕੀ ਪ੍ਰੋਫਾਈਲ ਕੀ ਹੈ ਤੁਹਾਡੀ ਸਿਮਰਨ? ਸਰ ਮੇਰੀ ਗ੍ਰੈਜੂਏਸ਼ਨ ਹੈਗੀ ਹੈ 2019 ਦੀ, ਓਵਰਆਲ 6 1 ਚੋਂ 5.5 ਹੈ। ਡੋਂਟ ਵਰੀ ਐਟ ਆਲ, ਆਪਸ਼ਨ ਸਾਡੇ ਕੋਲ ਅਵੇਲੇਬਲ ਆ। ਤੁਸੀਂ ਆਸਟ੍ਰੇਲੀਆ ਤੋਂ ਯੈਸ ਤੁਸੀਂ ਡਿਲੇ ਨਾ ਕਰੋ, ਕੋਈ ਗੱਲ ਨਹੀਂ, ਕਿਤੇ ਨਹੀਂ ਦਿਲ ਨਾ ਤੋੜੋ ਆਪਣਾ ਕਿ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਏ ਹੋ। ਤੁਸੀਂ ਜਲਦ ਤੋਂ ਜਲਦ ਮੈਨੂੰ ਮਿਲ ਸਕਦੇ ਹੋ ਜਲੰਧਰ ਦੇ ਵਿੱਚ, ਹਜੇ ਤਾਂ ਆਫਿਸ ਮੈਂ ਮੰਡੇ ਅਵੇਲੇਬਲ ਹੈ ਆਫਿਸ ਦੇ ਵਿੱਚ, ਤੁਸੀਂ ਆਪਣੇ ਡਾਕੂਮੈਂਟਸ ਦੇ ਨਾਲ ਮੈਨੂੰ ਮਿਲ ਸਕਦੇ ਹੋ। ਜੀ ਬਿਲਕੁਲ। ਸੋ ਇਸ ਤਰੀਕੇ ਨਾਲ ਕਈ ਐਸੀਆਂ ਪ੍ਰੋਫਾਈਲਸ ਹੁੰਦੀਆਂ ਨੇ ਜੋ ਥੋੜੀ ਕਨਫਿਊਜ਼ਨ 'ਚ ਹੁੰਦੇ ਨੇ। ਸੋ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਆਪਣੀ ਕਨਫਿਊਜ਼ਨ ਨੂੰ ਨਾਲ ਦੀ ਨਾਲ ਦੂਰ ਕਰਨਾ ਹੈ। ਨੰਬਰ ਇਸ ਲਈ ਅਸੀਂ ਡਿਸਪਲੇ ਕੀਤਾ ਹੋਇਆ ਹੈ, ਸ਼ੋਅ ਦੇ ਵਿੱਚ ਕਾਲ ਕਰੋ, ਸ਼ੋਅ ਤੋਂ ਬਾਅਦ ਵੀ ਕਾਲ ਕਰੋ, ਇਸੇ ਨੰਬਰ ਤੇ ਕਾਲ ਕਰਕੇ ਤੁਸੀਂ ਜੋ ਹੈ ਆਪਣੇ ਸਵਾਲਾਂ ਨੂੰ ਕਲੀਅਰ ਕਰਦੇ ਹੋਏ ਜਲਦੀ ਤੋਂ ਜਲਦੀ ਸਹੀ ਡਿਸੀਜ਼ਨ ਦੇ ਨਾਲ ਅੱਗੇ ਵਧੋ। ਯੂਕੇ ਦੀ ਗੱਲ ਕਰ ਰਹੇ ਹਾਂ, ਮਾਸਟਰਸ ਲਈ ਕੀ ਆਪਸ਼ਨ ਨੇ ਉਹ ਵੀ ਬਹੁਤ ਜ਼ਰੂਰੀ ਹੈ ਜ਼ਿਕਰ ਕਰਨਾ। ਅਸੀਂ ਹਮੇਸ਼ਾ +2 ਵਾਲੇ ਸਟੂਡੈਂਟਸ ਦੀ ਗੱਲ ਕਰ ਲੈਂਦੇ ਹਾਂ ਕਿ ਬੈਚਲਰਸ ਅਪਲਾਈ ਕਰਨਾ, ਮਾਸਟਰਸ ਵਿੱਚ ਕੀ ਆਪਸ਼ਨਸ ਹੈ? ਦੇਖੋ ਮਾਸਟਰਸ ਜਿਹਨੇ ਕੀਤੀ
ਹੋਵੇ ਪਹਿਲੀ ਗੱਲ, ਮਾਸਟਰ ਜਿਹਨੇ ਕੀਤੀ ਹੋਵੇ, ਸਾਡੇ ਆਫਿਸ ਦਾ ਇੱਕ ਥੰਬ ਰੂਲ ਆ ਕਿ ਕਿਸੇ ਵੀ ਡਾਕੂਮੈਂਟ ਨੂੰ ਹਾਈਡ ਨਹੀਂ ਕਰਨਾ। ਲੋਕੀ ਬੜੇ ਕਹਿੰਦੇ ਨਹੀਂ ਹਾਈਡ ਕਰਨੀ ਪੈਣੀ ਹੈ, ਫਲਾਣਾ ਕਰਨਾ ਪੈਣਾ, ਇਦਾਂ ਦਾ ਆਹ ਡਾਕੂਮੈਂਟ ਨਹੀਂ ਲਾਉਣਾ। ਜੋ ਤੁਸੀਂ ਕੀਤਾ ਹੋਇਆ ਅਸੀਂ ਪ੍ਰਵਾਨ ਕਰਦੇ ਹਾਂ ਜੀ। ਜਿਹੜੀ ਤੁਸੀਂ ਡਾਕੂਮੈਂਟਸ ਲਏ ਹੋਏ ਆ, ਇੱਕ ਪੈਸੇ ਦੇ ਕੇ ਰਿਕਗਨਾਈਜ਼ਡ ਯੂਨੀਵਰਸਿਟੀ ਤੋਂ ਤੁਸੀਂ ਪੜ੍ਹੇ ਹੋ, ਟਾਈਮ ਲਗਾਇਆ, ਮਾਸਟਰਸ ਕੀਤੀ ਹੈ, ਮੈਂ ਗੱਲ ਕਰਦਾ MA ਇਕਨੋਮਿਕਸ ਕੀਤੀ ਹੈ, MA ਪੋਲੀਟੀਕਲ ਕੀਤੀ ਹੈ, MBA ਕੀਤੀ ਹੈ, MSc ਕੀਤੀ ਹੈ। ਜੇਕਰ ਇਹਦਾ ਵੀ ਗੈਪ ਅੱਗੇ 5 ਸਾਲ ਦਾ ਹੈਗਾ ਆ, ਤੁਹਾਨੂੰ ਮਾਸਟਰਸ ਉੱਪਰ ਮਾਸਟਰਸ ਕਰਨ ਦਾ ਮੌਕਾ ਸਿਰਫ VSS ਇਮੀਗ੍ਰੇਸ਼ਨ ਦੇ ਰਿਹਾ। ਇਹ ਦੁਬਾਰਾ ਮੈਂ ਤੁਹਾਨੂੰ ਦੱਸਦਾ ਪਿਆ, ਇੱਥੇ ਵੀ IELTS ਦੀ ਲੋੜ ਨਹੀਂ ਆ। ਕਈ ਕਹਿੰਦੇ ਆ ਕਿ ਮੈਂ ਮਾਸਟਰਸ ਕਰ ਲਈ ਹੋਈ ਆ ਅਤੇ ਮਾਸਟਰਸ ਤੋਂ ਬਾਅਦ ਵਿੱਚ IELTS ਨਹੀਂ ਹੁੰਦੀ, ਟਾਈਮ ਨਹੀਂ ਲੱਗਦਾ ਪਿਆ, ਗੈਪ ਜ਼ਿਆਦਾ ਹੋ ਗਿਆ, ਪੜ੍ਹਾਈ ਔਖੀ ਹੋ ਜਾਣੀ ਹੈ। ਡਾਇਰੈਕਟ ਤੁਸੀਂ ਸਿਰਫ ਆਪਣੀ ਇੰਟਰਵਿਊ ਦੇਣੀ ਹੈ ਤੇ ਆਪਣੀ ਜਿਹੜੀ ਐਡਮਿਸ਼ਨ ਹੈ ਉਹ ਮਾਸਟਰਸ ਦੇ ਕੋਰਸ 'ਚ ਹੀ ਦੁਬਾਰਾ ਕਰਾ ਸਕਦੇ ਹੋ। ਜੀ ਬਿਲਕੁਲ, ਆਈ ਹੋਪ ਕਿ ਸਟੂਡੈਂਟਸ ਨੂੰ ਇਹ ਵੀ ਚੀਜ਼ ਜ਼ਰੂਰ ਕਲੀਅਰ ਹੋ ਚੁੱਕੀ ਹੋਏਗੀ। ਲਾਸਟ ਟਾਈਮ ਮੈਂ ਜਦੋਂ ਇਨਰ ਲੰਡਨ ਔਰ ਆਊਟਰ ਲੰਡਨ ਬਾਰੇ ਗੱਲ ਕੀਤੀ ਸੀ, ਉਸ ਤੋਂ ਬਾਅਦ ਮੇਰੇ ਕੋਲ ਵੀ ਕੁਝ ਸਵਾਲ ਹੈ ਕਿ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਕਿਵੇਂ ਚੂਜ਼ ਕਰਨਾ ਚਾਹੀਦਾ ਹੈ ਕਿ ਆਪਾਂ ਕਿੱਧਰ ਨੂੰ ਜਾਈਏ ਤੇ ਸਾਨੂੰ ਬੈਨੀਫਿਟ ਵੀ ਹੋਏਗਾ ਤੇ ਅੱਗੋਂ ਵੀ ਸਾਨੂੰ ਜੋ ਹੈ ਅੱਛਾ ਚੰਗਾ ਰਿਸਪੌਂਸ ਰਹੇਗਾ। ਦੇਖੋ ਅਲਟੀਮੇਟਲੀ ਤੁਸੀਂ ਕੋਰਸ ਪਹਿਲਾਂ ਦੇਖਣਾ ਆ, ਸਾਲ ਸਵਾ ਸਾਲ ਦਾ ਕੋਰਸ ਹੈਗਾ ਤੁਹਾਡੇ ਕੋਲ। ਦੂਸਰੀ ਗੱਲ ਇਹ ਦੇਖਣਾ ਹੈ ਕਿ ਇਸ ਕੋਰਸ ਦੀ ਅਵੇਲੇਬਿਲਿਟੀ ਉੱਥੇ ਹੈਗੀ ਹੈ, ਤੁਸੀਂ ਜੌਬਸ ਉੱਥੇ ਜਾ ਕੇ ਕਰਨੀਆਂ ਆ, ਕਿਉਂਕਿ ਤੁਸੀਂ ਆਪਣੀ ਸੈਟਲਮੈਂਟ ਕਰਨੀ ਆ। ਕੱਲਾ ਉੱਥੇ ਪੈਸਾ ਦੇ ਕੇ ਪੜ੍ਹ ਕੇ ਵਾਪਸ ਨਹੀਂ ਆਉਣਾ। ਤੁਸੀਂ ਉੱਥੇ ਪੜ੍ਹ ਲਿਆ, ਉਸ ਤੋਂ ਬਾਅਦ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲਣਾ। ਉਹ ਪਰਮਿਟ ਦੇ ਵਿੱਚ ਤੁਸੀਂ ਕਿੱਥੇ ਆਪਣੀ ਸਟੇਬਿਲਿਟੀ ਦਿਖਾਉਣੀ ਹੈ, ਕਿਹੜੀ ਕੰਪਨੀ ਦੇ ਵਿੱਚ ਦਿਖਾ ਸਕਦੇ ਹੋ, ਵੈਦਰ ਇਟ ਇਜ਼ IT ਜਾਂ ਵੈਦਰ ਇਟ ਇਜ਼ ਸੇਲਸ ਜਾਂ ਕਿਸ ਤਰੀਕੇ ਦੀ ਕੋਈ ਇੰਡਸਟਰੀ ਆ ਜਿਸ 'ਚ ਤੁਸੀਂ ਆਪ ਜਾਣਾ ਚਾਹੁੰਦੇ ਹੋ, ਉਹਦੇ ਰਿਗਾਰਡਿੰਗ ਹੀ ਤੁਸੀਂ ਕੋਰਸ ਲੈਣੇ ਆ। ਹੁਣ MBA ਬਿਜ਼ਨਸ ਮੈਨੇਜਮੈਂਟ ਆ, MBA ਦੇ ਵਿੱਚ ਹੋਰ ਵੱਖਰੇ ਕੋਰਸਿਸ ਆਉਂਦੇ ਆ, MSc ਦੇ ਵਿੱਚ ਮੈਨੇਜਮੈਂਟ ਆਉਂਦੇ ਆ, ਸੋ ਇਹ IT ਦੀਆਂ ਮੈਨੇਜਮੈਂਟਸ ਆਉਂਦੇ ਆ। ਇਹ ਡਿਟੇਲਸ ਉਹ ਹੈ ਜਿਹੜੇ ਕੋਰਸਿਸ ਪੜ੍ਹ ਕੇ ਤੁਸੀਂ ਅੱਗੇ ਆਪਣਾ ਵਰਕ ਪਰਮਿਟ ਲੈ ਸਕਦੇ ਹੋ, ਉਸ ਤੋਂ ਬਾਅਦ ਵਿੱਚ ਆਪਣਾ ਪਰਮਿਟ ਐਕਸਟੈਂਡ ਕਰਵਾ ਕੇ PR ਤੱਕ ਜਾ ਸਕਦੇ ਹੋ। ਜੀ ਬਿਲਕੁਲ। ਤੇ ਕੈਸ ਲੈਟਰ ਨੂੰ ਲੈ ਕੇ ਵੀ ਆਪਾਂ ਥੋੜਾ ਅਪਡੇਟ ਜ਼ਰੂਰ ਦਈਏ। ਕੁਝ ਸਟੂਡੈਂਟ ਦੇ ਸਵਾਲ ਲਗਾਤਾਰ ਸਾਡੇ ਕੋਲ ਬਣੇ ਹੋਏ ਨੇ ਕਿ ਡਿਲੇ ਚੱਲ ਰਿਹਾ ਸੀ, ਬਹੁਤ ਟਾਈਮ ਹੋ ਗਿਆ, ਸਾਡਾ ਕੈਸ ਲੈਟਰ ਨਹੀਂ ਆ ਰਿਹਾ ਜਾਂ ਕਲੀਅਰ ਨਹੀਂ ਹੋ ਪਾ ਰਿਹਾ। ਕਿਹੜੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਦਿੱਕਤ ਆਉਂਦੀ ਹੈ? ਦੇਖੋ ਪਹਿਲੀ ਗੱਲ ਤੇ ਮੈਂ ਆਪਣੇ ਆਫਿਸ ਦੀ ਗੱਲ ਕਰ ਸਕਦਾ ਵੀ ਸਾਨੂੰ ਪਤਾ ਅਸੀਂ ਕਿਹੜੀ ਯੂਨੀਵਰਸਿਟੀ ਦੇ ਵਿੱਚ ਕਿੱਥੇ ਅਪਲਾਈ ਕੀਤਾ ਤੇ ਅਸੀਂ ਬੱਚਿਆਂ ਨੂੰ ਕੀ ਕਮਿਟ ਕੀਤਾ ਹੋਇਆ। ਸਾਡਾ ਸਲੋਗਨ ਹੈ ਜੀ ਵੀ ਵਰਕ ਔਨ ਕਮਿਟਮੈਂਟ, ਤੇ ਕਮਿਟਮੈਂਟ ਕੀਤੀ ਹੁੰਦੀ ਹੈ ਤੇ ਉਸ ਦੀ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਪੂਰੀ ਕੀਤੀ ਹੋਈ ਆ। ਜਿਹੜੇ ਇੱਕ ਬੱਚੇ ਸਾਡੇ ਕੋਲ ਅਪਲਾਈ ਕਰ ਚੁੱਕੇ ਆ, ਜਿਨ੍ਹਾਂ ਨੂੰ ਕੈਸਿਸ ਦਾ ਅਸੀਂ ਕਿਹਾ ਸੀਗਾ ਵੀ ਇੰਨੀ ਦੇਰ ਤੱਕ ਆ ਜਾਣਗੀਆਂ, ਕਿਉਂਕਿ ਇਹ ਕੰਪਲੀਟ ਪ੍ਰੋਸੈਸ ਹੈ, 15 ਤੋਂ 20 ਦਿਨ ਲੱਗਦੇ ਆ। ਜਦੋਂ ਤੁਹਾਡੀਆਂ ਡਾਕੂਮੈਂਟੇਸ਼ਨਸ ਫੁੱਲ ਹੋ ਜਾਂਦੀਆਂ, ਇੰਟਰਵਿਊਜ਼ ਹੋ ਜਾਂਦੀਆਂ, ਫੀਸਿਸ ਦਿੱਤੀਆਂ ਜਾਂਦੀਆਂ, ਦੈਨ ਆਲਮੋਸਟ 3 ਤੋਂ 4 ਵੀਕਸ ਦੇ ਵਿੱਚ ਤੁਹਾਡੀ ਕੈਸ ਆ ਜਾਂਦੀ ਹੈ। ਸੋ ਕੈਸ ਦਾ ਜਿਹੜਾ ਮੇਜਰ ਇਸ਼ੂ ਆ ਉਹ ਇਸ ਕਰਕੇ ਹੁੰਦਾ ਆ, ਸਾਹਮਣੇ ਵਾਲਾ ਕੰਸਲਟੈਂਟ ਜਦੋਂ ਵਾਇਆ ਕੰਮ ਕਰਦਾ ਹੈ ਨਾ, ਮੈਂ ਮੋਟੀ ਗੱਲ ਸਮਝਾ ਦੇਵਾਂ, ਜਦੋਂ 3-4 ਬੰਦੇ ਇੱਕ ਲਾਈਨ ਦੇ ਵਿੱਚ ਆ ਜਾਂਦੇ ਨਾ, ਜਾਂ ਇੱਕ ਰੱਸੀ ਉਹਨੂੰ 3-4 ਥਾਂ ਤੋਂ ਕੱਟ ਤੋਂ ਉਹਨੂੰ ਮੁੜ ਕੇ ਗੰਢ ਮਾਰ ਲਓ, ਉਹਦੇ 'ਚ ਉਹ ਜੋੜ ਨਹੀਂ ਰਹਿੰਦਾ, ਉਹ ਜ਼ੋਰ ਨਹੀਂ ਰਹਿੰਦਾ। ਵੀ ਜਦੋਂ ਤੁਸੀਂ ਖਿੱਚੋਗੇ ਤਾਂ ਇੱਕੋ ਪਾਸੇ ਸਾਰਾ ਕੁਝ ਹੋ ਜਾਊ, ਉਹਨੂੰ ਟੁੱਟਣ ਦਾ ਡਰ ਹੁੰਦਾ। ਸੋ ਇਹ ਉਹ ਐਗਜ਼ਾਮਪਲ ਹੈ ਕਿ ਜੇ ਤੁਸੀਂ ਵੱਲੋਂ ਜਾਂਦੇ ਹੋ ਆਪਣੀ ਐਪਲੀਕੇਸ਼ਨ ਦੇ ਵਿੱਚ, ਉੱਥੇ ਜ਼ਰੂਰ ਕਮਿਊਨੀਕੇਸ਼ਨ 'ਚ ਪ੍ਰੋਬਲਮ ਆਉਂਦੀ ਹੈ। ਡਾਇਰੈਕਟ ਤੁਸੀਂ ਬਿਲਕੁਲ। ਸੋ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੇਰਾ ਨਾਮ ਪੂਨਮ ਹੈ, ਮੈਂ ਨਵੇਂ ਸ਼ਹਿਰ ਤੋਂ ਗੱਲ ਕਰਦੀ ਪਈ ਹਾਂ। ਜੀ ਕੀ ਸਵਾਲ ਹੈ ਜੀ ਤੁਹਾਡਾ? ਮੈਮ ਜਦੋਂ ਮੇਰੀ ਗ੍ਰੈਜੂਏਸ਼ਨ BCA ਕੀਤੀ ਹੋਈ ਮੈਂ ਮੇਰੀ 2019 ਵਿੱਚ। ਓਕੇ, ਮੈਂ ਕੋਈ IELTS ਨਹੀਂ ਕੀਤੀ ਹੋਈ। ਓਕੇ, ਪਹਿਲਾਂ ਕਿਤੋਂ ਰਿਫਿਊਜ਼ ਤਾਂ ਨਹੀਂ ਆ ਤੁਸੀਂ? ਨਹੀਂ ਸਰ, ਮੈਂ ਪਹਿਲਾਂ ਕਿਤੋਂ ਵੀ ਟਰਾਈ ਨਹੀਂ ਕੀਤੀ। ਡੋਂਟ ਵਰੀ ਮੈਡਮ, ਤੁਸੀਂ ਆਪਣੇ ਡਾਕੂਮੈਂਟਸ ਨਾਲ ਮੈਨੂੰ ਮਿਲ ਲਓ। ਪਹਿਲੀ ਵਾਰ ਤੇ ਹੀ ਤੁਸੀਂ ਅਪਲਾਈ ਕਰਨਾ ਤੇ ਪਹਿਲੀ ਵਾਰ 'ਚ ਤੁਹਾਡਾ ਵੀਜ਼ਾ ਆ ਜਾਣਾ ਆ। ਸਿਰਫ ਤੇ ਸਿਰਫ ਸਾਡੇ ਕਿਹਾ ਡੋਂਟ ਵਰੀ ਜੀ, ਇੱਥੇ ਵਿਦਆਊਟ IELTS ਹੀ ਫਿਊਚਰ ਬਣਦੇ ਨੇ ਸਾਡੇ ਆਫਿਸ ਦੇ ਵਿੱਚ। ਸੋ ਵਿਦਆਊਟ IELTS ਹੈਗੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਆਪਣੀ ਪ੍ਰੋਫਾਈਲ ਸਿਰਫ ਡਿਸਕਸ ਕਰਨੀ ਹੈ ਤਾਂ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਉਣੇ ਸਾਡੇ ਆਫਿਸ ਦੇ ਵਿੱਚ। ਜੀ ਬਿਲਕੁਲ। ਸੋ ਵਿਦਆਊਟ IELTS ਆਪਸ਼ਨਸ ਦੇ ਉੱਪਰ VSS ਇਮੀਗ੍ਰੇਸ਼ਨਸ ਵੱਲੋਂ ਤੁਸੀਂ ਪੂਰੀ ਜਾਣਕਾਰੀ ਡਿਟੇਲ ਵਿੱਚ ਲੈ ਸਕਦੇ ਹੋ। ਜੇਕਰ ਤੁਸੀਂ ਇਹਨਾਂ ਦੇ ਆਫਿਸ ਆਪਣੇ ਡਾਕੂਮੈਂਟਸ ਲੈ ਕੇ ਆਉਂਦੇ ਹੋ, ਅਸੈਸਮੈਂਟ ਕੀਤੀ ਜਾਏਗੀ, ਤੁਹਾਨੂੰ ਦੱਸਿਆ ਜਾਊਗਾ ਕਿ ਵਿਦਆਊਟ IELTS ਵੀ ਤੁਹਾਡੇ ਕੋਲ ਕਿੰਨੀਆਂ ਕੁ ਆਪਸ਼ਨ ਨੇ ਤੇ ਉਹਨਾਂ ਆਪਸ਼ਨਸ ਵਿੱਚੋਂ ਤੁਸੀਂ ਆਪਣਾ ਰਸਤਾ ਚੂਜ਼ ਕਰਕੇ ਟਾਈਮਲੀ ਅਪਲਾਈ ਕਰਕੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਜਲੰਧਰ ਵਿੱਚ VSS ਇਮੀਗ੍ਰੇਸ਼ਨਸ ਦਾ ਆਫਿਸ ਹੈ। ਜਲਦੀ ਹੀ ਇੱਕ ਹੋਰ ਨਵੀਂ ਜਗ੍ਹਾ ਵੀ ਸ਼ੁਰੂ ਹੋਣ ਜਾ ਰਿਹਾ। ਅਸੀਂ ਪਿਛਲੇ ਸ਼ੋਅ ਵਿੱਚ ਵੀ ਗੱਲ ਕੀਤੀ ਸੀ, ਇਸ ਵਾਰ ਇੱਕ ਵਾਰ ਫਿਰ ਤੋਂ ਤੁਹਾਡੇ ਕੋਲ ਇਹ ਪੂਰੀ ਜਾਣਕਾਰੀ ਪਹੁੰਚਾਵਾਂਗੇ। ਪਹਿਲਾਂ ਇੱਕ ਕਾਲ ਰਿਸੀਵ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਰੁਬੀਨਾ ਗੱਲ ਕਰ ਰਹੀ ਹਾਂ ਦਸੂਹਾ ਤੋਂ। ਹਾਂਜੀ, ਕੀ ਸਵਾਲ ਹੈ ਜੀ? ਮੈਮ ਐਕਚੁਅਲੀ ਮੈਂ 2018 ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਸੀ। ਓਕੇ ਵਿਦ 60% ਜੀ। ਐਂਡ ਆਲਸੋ ਮੇਰੇ ਸਕੋਰਸ ਹੈਗੇ 6.5 ਨੋਟ ਲੈਸ ਦੈਨ 6। ਓਕੇ, ਬਟ ਮੇਰੀ 2 ਟਾਈਮਸ ਰਿਫਿਊਜ਼ਲ ਹੋ ਚੁੱਕੀਆਂ ਹੋਈਆਂ ਸਰ, ਲਾਈਕ ਕੈਨੇਡਾ ਤੋਂ। ਐਂਡ ਦੈਨ ਉਸ ਤੋਂ ਬਾਅਦ ਵਿੱਚ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਸੀ ਕਿ ਤੁਸੀਂ UK ਦਾ ਅਪਲਾਈ ਕਰੋ। ਮੈਂ UK ਦਾ ਅਪਲਾਈ ਵੀ ਕੀਤਾ, ਬਟ ਮੇਰੀਆਂ ਲਾਈਕ ਉੱਥੋਂ ਦੀ ਹਜੇ ਤੱਕ ਆਫਰ ਲੈਟਰ ਨਹੀਂ ਹੈ। ਇਟਸ ਬੀਨ 3 ਮੰਥਸ। ਓਕੇ
ਹੁਣ ਇੱਥੇ ਗੱਲ ਆਉਂਦੀ ਹੈ ਜੀ, ਤੁਸੀਂ ਆਪਣੀ ਚੋਇਸ ਕੀ ਰੱਖੀ, ਤੁਸੀਂ ਕੰਸਲਟੈਂਟ ਕਿੱਦਾਂ ਦਾ ਚੁਣਿਆ। ਦੇਖੋ ਮੈਂ ਪਹਿਲਾਂ ਕਿਹਾ ਸੀਗਾ ਗੱਲਾਂ ਨਾਲ ਕੋਈ ਨਹੀਂ ਅੱਗੇ ਆਉਂਦਾ, ਰਿਜ਼ਲਟ ਨਾਲ ਅੱਗੇ ਆਉਂਦਾ। ਤੇ ਜੇ ਅੱਜ ਸਾਡੇ ਤੇ ਪਹਿਲਾਂ ਟਰਸਟ ਕੀਤਾ ਕਿਸੇ ਨੇ, ਅੱਜ ਉਹੀ ਬੱਚੇ ਜਿਹੜੇ ਜਿਨ੍ਹਾਂ ਨੇ ਟਰਸਟ ਕੀਤਾ ਤੇ ਉਹ ਰਿਜ਼ਲਟ ਲੈ ਕੇ ਗਏ ਆ। ਇੱਦਾਂ ਹੀ ਸ਼ਾਇਦ ਜਿਹੜੇ ਮੈਮ ਦੀ ਲਾਸਟ ਕਾਲ ਸੀਗੀ ਉਹਨਾਂ ਨੂੰ ਵੀ ਇਹੀ ਸਲਾਹ ਦੇ ਰਿਹਾ, ਚੰਗਾ ਕੰਸਲਟੈਂਟ ਚੁਣੋਗੇ ਤਾਂ ਇੰਨੀ ਵੇਟੇਜ ਨਹੀਂ ਹੋਣੀ ਤੁਹਾਡੇ ਆਫਰ ਲੈਟਰ ਦੀ, ਆਫਰਸ ਤੁਹਾਡੀਆਂ ਜਲਦੀ ਆਉਣਗੀਆਂ, ਤੁਹਾਡੇ ਜਿਹੜੇ ਕੰਮ ਆ ਵਿਗੜੇ ਉਹ ਵੀ ਬਣ ਜਾਣੇ ਆ। ਤੁਸੀਂ ਇੱਕ ਸਿਰਫ ਇੰਟਰਵਿਊ ਦੇਣੀ ਆ, ਵੈਸੇ ਇੰਟਰਵਿਊ ਤੁਸੀਂ ਦੇ ਹੀ ਸਕਦੇ ਹੋ, 6.5 ਬੈਂਡ ਤੁਹਾਡੇ ਹੈਗੇ ਆ, ਆਈ ਗੈਸ ਤੁਸੀਂ ਕੌਨਫੀਡੈਂਟ ਹੋ। ਤੁਹਾਡੇ ਵਾਸਤੇ ਸਾਡੇ ਕੋਲ ਨੰਬਰ ਆਫ ਆਪਸ਼ਨਸ ਹੈਗੀਆਂ, ਤੁਸੀਂ 6.5 ਬੈਂਡ ਦੇ ਨਾਲ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਰਿਫਿਊਜ਼ਡ ਹੋਏ ਹੋ, ਚਿੰਤਾ ਨਹੀਂ ਕਰਨੀ, ਇਸ ਵਾਰ ਰਿਜ਼ਲਟ ਤੁਹਾਨੂੰ ਪੱਕਾ ਪੋਜ਼ਿਟਿਵ ਦੇਵਾਂਗੇ। ਬਿਲਕੁਲ ਬਿਲਕੁਲ। ਸੋ ਜਿਵੇਂ ਮੈਂ ਪਹਿਲਾਂ ਕੈਸ਼ ਲੈਟਰ ਡਿਲੇ ਦੀ ਗੱਲ ਕਰ ਰਹੀ ਸੀ, ਸੋ ਇਹ ਆਫਰ ਲੈਟਰ ਨਹੀਂ ਇਹਨਾਂ ਦੀ ਆ ਰਹੀ। ਸੋ ਅਲੱਗ-ਅਲੱਗ ਪ੍ਰੋਫਾਈਲਸ ਹੁੰਦੀਆਂ ਨੇ, ਅਲੱਗ-ਅਲੱਗ ਪ੍ਰੋਬਲਮਸ ਹੁੰਦੀਆਂ ਨੇ, ਤੇ ਤੁਹਾਡੀ ਸਾਰੀ ਪ੍ਰੋਬਲਮਸ ਦਾ ਸੋਲੂਸ਼ਨ ਕਰਨ ਲਈ, ਤੁਹਾਡੇ ਤੱਕ ਐਗਜ਼ੈਕਟ ਜਾਣਕਾਰੀ ਪਹੁੰਚਾਉਣ ਲਈ ਅਸੀਂ ਸ਼ੋਅ ਲੈ ਕੇ ਆਉਂਦੇ ਹਾਂ। ਟਾਈਮਲੀ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝਾ ਵੀ ਕਰਦੇ ਹਾਂ ਤਾਂ ਕਿ ਸਟੂਡੈਂਟਸ ਅਵੇਅਰ ਹੋਣ, ਪਤਾ ਹੋਵੇ ਕਿਹੜੇ ਪ੍ਰੋਸੈਸ ਨੂੰ ਕਿੰਨਾ ਟਾਈਮ ਲੱਗਦਾ। ਸੋ ਜਿਵੇਂ ਮੈਂ ਗੱਲ ਕੀਤੀ, ਆਪਾਂ ਆਫਰ ਲੈਟਰ ਦੀ ਚਲੋ ਗੱਲ ਕਰ ਰਹੇ ਸੀ, ਕੈਸ਼ ਲੈਟਰ ਆਉਣ ਵਾਲਾ ਹੁੰਦਾ ਜਦ ਸਟੂਡੈਂਟ ਦਾ, ਕਿਹੜੀ ਤਿਆਰੀ ਪਹਿਲਾਂ ਹੀ ਰੱਖੇ ਤਾਂ ਕਿ ਉਸ ਤੋਂ ਬਾਅਦ ਇਹ ਨਾ ਹੋਵੇ ਕੈਸ਼ ਲੈਟਰ ਆ ਗਿਆ, ਹੁਣ ਅਸੀਂ ਜੀ ਆਪਣੀ ਬਾਕੀ ਚੀਜ਼ਾਂ ਪੂਰੀਆਂ ਕਰ ਰਹੇ ਹਾਂ। ਬਿਲਕੁਲ ਸਹੀ ਪੁਆਇੰਟ ਹੈਗਾ ਜੀ, ਇਸ ਟਾਈਮ ਤੇ ਇਹ ਸਮਝਣ ਵਾਲੀ ਗੱਲ ਹੈ। ਦੇਖੋ ਤੁਹਾਡੀ ਐਮਬੈਸੀ ਐਂਡ ਇੰਸ਼ੋਰੈਂਸ ਜਿਹੜੀ ਜਾਣੀ ਹੈ ਨਾ, ਉਹ ਗਵਰਨਮੈਂਟ ਰਜਿਸਟਰਡ ਜਿਹੜੇ ਪੋਰਟਲਸ ਆ ਗਵਰਨਮੈਂਟ ਦੇ ਹੀ, UKVI ਦੇ, ਉਹਦੇ ਥਰੂ ਹੀ ਜਾਣੀ ਆ। ਬੜੇ ਕੁਐਸਚਨਸ ਮੈਨੂੰ ਕਰਦੇ ਆ, ਨਹੀਂ ਭਾਜੀ ਰਹਿਣ ਦਿਓ, ਇੰਸ਼ੋਰੈਂਸ ਦੀ ਲੋੜ ਨਹੀਂ, ਅਸੀਂ ਇੱਦਾਂ ਹੀ ਚੱਲ ਜਾਾਂਗੇ। ਉਹ ਵੀਰ ਇੱਦਾਂ ਨਹੀਂ ਹੁੰਦਾ, ਇਹਦੇ ਜਦੋਂ ਫਾਈਲ ਆਪਾਂ ਐਮਬੈਸੀ 'ਚ ਲਗਾਈ ਦੀ ਆ, ਤੁਹਾਡੀ ਇੰਸ਼ੋਰੈਂਸ ਪਹਿਲਾਂ ਕੱਟੀ ਜਾਂਦੀ ਆ, ਐਮਬੈਸੀ ਬਾਅਦ 'ਚੋਂ। ਸੋ ਇਹ ਫਾਈਲ ਤੁਹਾਡੀ ਭਰਦੇ ਆ, ਪਰ ਤਾਂ ਇਹੀ ਸਾਰਾ ਕੁਝ ਹੋਣਾ ਹੈ। ਸਰਕਾਰੀ ਚੀਜ਼ਾਂ, ਸਰਕਾਰੀ ਪੈਸਾ ਕੱਟਿਆ ਜਾਣਾ। ਹੁਣ ਇਹ ਕੱਟਿਆ ਕਿੱਦਾਂ ਜਾਣਾ ਹੈ ਜੀ, ਇਹਦੇ ਵਾਸਤੇ ਦੋ ਚੀਜ਼ਾਂ ਉਹਨਾਂ ਨੇ ਦਿੱਤੀਆਂ, ਜਾਂ ਤੇ ਤੁਸੀਂ ਆਪਣਾ ਕ੍ਰੈਡਿਟ ਕਾਰਡ ਯੂਜ਼ ਕਰਨਾ ਹੈ, ਜੇ ਉਹ ਨਹੀਂ ਹੈਗਾ, ਸਾਡੇ ਕੋਲ 70-80% ਬੱਚੇ ਉਹ ਜਿਨ੍ਹਾਂ ਦਾ ਕ੍ਰੈਡਿਟ ਕਾਰਡ ਨਹੀਂ ਆ, ਕਿਉਂਕਿ ਅਸੀਂ ਪਿੰਡਾਂ ਵਾਲਿਆਂ 'ਚੋਂ ਆ ਤੇ ਸਾਡੇ ਕ੍ਰੈਡਿਟ ਕਾਰਡ ਘੱਟ ਆ, ਸਾਡੇ ਜਾਂ ਗ੍ਰਾਮੀਣ ਬੈਂਕ ਦੇ ਖਾਤੇ ਆ ਤੇ ਜਾਂ ਸਾਡੇ ਕੋਲ ਲਿਮਿਟ ਚੱਲਦੀ ਹੁੰਦੀ ਹੈ। ਕ੍ਰੈਡਿਟ ਕਾਰਡ ਨਹੀਂ ਹੈਗਾ ਤਾਂ ਤੁਸੀਂ ਆਪਣੇ ਜਿਹੜੇ ਸੇਵਿੰਗ ਖਾਤੇ ਆ ਉਹਨਾਂ ਦੀ ਇੰਟਰਨੈਸ਼ਨਲ ਐਕਟੀਵੇਸ਼ਨ ਐਕਟਿਵ ਕਰ ਲਓ, ਕਿਉਂਕਿ ਅਸੀਂ ਉਹ ਤੁਹਾਡਾ ਅਕਾਊਂਟ ਯੂਜ਼ ਕਰਕੇ ਉਹਦੇ 'ਚ ਤੁਹਾਡੀ ਇੰਸ਼ੋਰੈਂਸ ਤੇ ਐਮਬੈਸੀ ਜਿੰਨੀ ਜਾਣੀ ਹੋਊਗੀ ਉਹ ਤੁਹਾਡੇ ਸਾਹਮਣੇ ਉਨੀ ਡਿਟੇਲ ਦੇ ਵਿੱਚ ਤੁਹਾਡੇ ਕੋਲ ਐਂਟਰੀ ਆ ਜਾਊਗੀ, ਕਿੰਤੂ ਪਰੰਤੂ ਕਿਸੇ ਚੀਜ਼ ਦੀ ਨਹੀਂ ਰਹੂਗੀ। ਕਿਉਂਕਿ ਬਹੁਤ ਥਾਂ ਤੇ ਮੈਂ ਇਹ ਸੁਣਿਆ ਕਿ ਨਹੀਂ ਸਰ ਫਲਾਣੇ ਬੰਦੇ ਦੀ ਇੰਨੀ ਇੰਸ਼ੋਰੈਂਸ ਸਾਡੀ ਕੱਟ ਲਈ, ਬਣੀ ਇੰਨੀ ਸੀ, ਐਮਬੈਸੀ ਇੰਨੀ ਬਣਦੀ ਸੀ, ਇੰਨੀ ਕੱਟ ਲਈ। ਸੋ ਇਹ ਸਾਰੀਆਂ ਚੀਜ਼ਾਂ ਦਾ ਹੱਲ ਇਹੀ ਹੈ ਕਿ ਤੁਸੀਂ ਸਮੇਂ ਅਨੁਸਾਰ ਤੁਹਾਡੀ ਕੈਸ਼ ਆਉਂਦੀ ਪਈ ਆ, ਆਹ ਦੋ ਡਾਕੂਮੈਂਟਸ ਜਿਹੜੇ ਹੈਗੇ ਆ ਨਾ, ਤੁਸੀਂ ਇਹ ਅਰੇਂਜ ਕਰ ਲਓਗੇ, ਤੁਹਾਡੀ ਕਿੰਤੂ ਪਰੰਤੂ ਕਿਤੇ ਨਹੀਂ ਰਹਿਣੀ। ਜੀ ਬਿਲਕੁਲ। ਸੋ ਇਹਨਾਂ ਖਾਸ ਜਿਹੜੇ ਪੁਆਇੰਟਸ ਦੱਸੇ ਗਏ ਨੇ, ਇਹਨਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ, ਕਿਉਂਕਿ ਜਦੋਂ ਆਪਾਂ ਅਵੇਅਰ ਨਹੀਂ ਰਹਿੰਦੇ ਆ ਤਾਂ ਫਿਰ ਬਹੁਤ ਸਾਰੇ ਜਦੋਂ ਸਾਨੂੰ ਹੀ ਇਨਫੋਰਮੇਸ਼ਨ ਘੱਟ ਹੈ, ਸਾਹਮਣੇ ਵਾਲਾ ਜੋ ਮਰਜ਼ੀ ਕਹੀਏ ਉਹ ਤੁਹਾਡੇ ਵਾਸਤੇ ਸੱਚ ਹੈ। ਸੋ ਇਹੀ ਇਨਫੋਰਮੇਸ਼ਨ ਜਿਹੜੀਆਂ ਅਵੇਅਰਨੈਸ ਆ ਅਸੀਂ ਦੱਸਦੇ ਹੁੰਦੇ ਆ, ਇਸ ਸ਼ੋਜ਼ ਤੇ ਆ ਕੇ ਦੱਸਦੇ ਆ, ਜਾਂ ਸਾਡੇ YouTube ਚੈਨਲਸ ਆ ਉਹਦੇ ਤੇ ਅਸੀਂ ਤੁਹਾਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ। ਬਿਨਾਂ ਸੋਚੇ ਸਮਝੇ ਆਪਣੇ ਕੀਮਤੀ ਕਾਗਜ਼ ਕਿਸੇ ਨੂੰ ਨਾ ਦਿਓ, ਸਿੰਪਲ ਜਿਹਾ ਇੱਕ ਆਨਸਰ ਆ ਇਹਦਾ। ਇਹ ਤੁਸੀਂ ਜਿੰਨੇ ਕੁ ਤੁਸੀਂ ਸਮਝਦਾਰ ਹੈਗੇ ਹੋ ਤਾਂ ਹੀ ਤੁਸੀਂ ਬਚੋਗੇ, ਜੇ ਸਮਝਦਾਰ ਨਹੀਂ ਹੈਗੇ ਕੱਲ੍ਹ ਨੂੰ ਤੁਹਾਡੇ ਕਲੇਸ਼ ਦਫ਼ਤਰਾਂ ਦੇ ਵਿੱਚ ਪੈਣਗੇ, ਦਫ਼ਤਰ 'ਚ ਤੁਸੀਂ ਜੋ ਤੁਹਾਡੇ ਪੈਸੇ ਨਹੀਂ ਮੁੜਨਗੇ, ਤੁਹਾਡੇ ਪੈਸੇ ਕਿਸੇ ਕਾਰਨ ਕਰਕੇ ਕੱਟੇ ਜਾਣਗੇ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇੱਦਾਂ ਦੀ ਚੀਜ਼ਾਂ ਦਾ ਕਿਸੇ ਵੀ ਦਫ਼ਤਰ ਦੇ ਵਿੱਚ ਜਾ ਕੇ ਸ਼ਿਕਾਰ ਹੋ। ਸੋ ਇਨਫੋਰਮੇਸ਼ਨ ਤੇ ਅਵੇਅਰਨੈਸ ਬਹੁਤ ਜ਼ਰੂਰੀ ਆ ਤੁਹਾਡੇ ਵਾਸਤੇ। ਬਿਲਕੁਲ। ਤੇ ਐਸਪੀ ਜੀ, ਜਿਵੇਂ ਆਪਾਂ ਗੱਲ ਪਹਿਲਾਂ ਆਇਲਸ ਦੀ ਵੀ ਕਰਦੇ ਹਾਂ, ਵਿਦਆਊਟ ਆਇਲਸ ਵੀ ਗੱਲ ਕਰਦੇ ਹਾਂ, ਤੇ UK ਵੀ ਆਇਲਸ ਨੂੰ ਲੈ ਕੇ ਵੀ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਅਗਰ ਸਟੂਡੈਂਟ ਖਾਸ ਤੌਰ 'ਤੇ ਇਸੇ 'ਤੇ ਫੋਕਸ ਕਰਦਾ, UK ਵੀ ਆਇਲਸ ਕਰਦਾ, ਤਾਂ ਕੀ ਉਸਨੂੰ ਕੁਝ ਅਲੱਗ ਬੈਨੀਫਿਟ ਮਿਲਦਾ? ਕੀ ਉਸਦਾ ਸਕਸੈਸ ਰੇਟ ਆਪਾਂ ਜ਼ਿਆਦਾ ਮੰਨ ਲੈਂਦੇ ਹਾਂ ਕਿ UK ਐਮਬੈਸੀ ਜਿਹੜੀ ਹੈ ਸੋਚਦੀ ਹੈ ਕਿ ਸਟੂਡੈਂਟ ਡੈਡੀਕੇਟਲੀ ਸਾਡੇ ਇੱਥੇ ਹੀ ਆਉਣਾ ਚਾਹੁੰਦਾ ਹੈ, ਦੈਟਸ ਵਾਈ ਇਸਨੇ ਕੀਤਾ ਔਰ ਆਪਾਂ ਇਸ ਨੂੰ ਪ੍ਰੈਫਰੈਂਸ ਦਈਏ? ਦੇਖੋ UKV ਆਇਲਸ ਤੇ ਜਿਹੜੀ ਸਿੰਪਲ ਅਕੈਡਮਿਕ ਆਇਲਸ ਹੈ, ਦੋਨਾਂ 'ਚ ਫਰਕ ਇਹੀ ਹੈ ਕਿ ਉੱਦਾਂ ਸਾਨੂੰ 6 ਬੈਂਡ ਚਾਹੀਦੇ ਆ ਤੁਹਾਡੀ ਐਡਮਿਸ਼ਨ ਵਾਸਤੇ, ਇੱਕ 'ਚ 5.5 ਜਾਣੇ ਤਾਂ ਕੋਈ ਗੱਲ ਨਹੀਂ, ਪਰ ਪਿਛਲੇ ਟਾਈਮ ਅਨੁਸਾਰ UKVI ਨੇ ਕਿਉਂ ਆਪਣੀ ਗੱਡੀ ਤੇਜ਼ ਕੀਤੀ ਹੈ, ਰਿਜ਼ਲਟ ਅਕੈਡਮਿਕ ਦੇ ਆਉਂਦੇ ਸੀਗੇ, ਕਿਸੇ 'ਚ 5 ਰਹਿ ਗਏ, ਕਿਸੇ 'ਚ 4.5 ਰਹਿ ਗਏ। ਹੁਣ UKV ਆਇਲਸ ਦੇ ਵਿੱਚ ਅਗਰ 4.5 ਵੀ ਇੱਕ ਬੈਂਡ ਹੈਗੇ ਕਿਸੇ ਮੋਡਿਊਲ ਦੇ ਵਿੱਚ ਤਾਂ ਵੀ ਸਾਡੇ ਕੋਲ ਆਪਸ਼ਨਸ ਹੈਗੀਆਂ। ਇਹਦਾ ਮਤਲਬ ਜੇ ਓਵਰਆਲ 5 ਬੈਂਡ ਆ ਤੇ ਕਿਸੇ 'ਚ 4.5 ਰਹਿ ਗਏ ਆ, ਆਪਸ਼ਨ ਸਾਡੇ ਕੋਲ ਹੈਗੀਆਂ, ਉਹਨੂੰ ਅਸੀਂ ਫਾਊਂਡੇਸ਼ਨ ਕੋਰਸਿਸ ਤੇ ਬੱਚੇ ਨੂੰ ਭੇਜ ਦਈਦਾ। ਫਾਊਂਡੇਸ਼ਨ ਤੇ ਬਥੇਰੇ ਬੱਚੇ ਇਦਾਂ ਦੇ ਆ ਜਿਨ੍ਹਾਂ ਨੇ 1 ਸਾਲ ਦੀ ਪੜ੍ਹਾਈ ਕਰਨੀ, ਉਸ ਤੋਂ ਬਾਅਦ ਉੱਥੇ ਜਾ ਕੇ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਸਕਦੇ ਆ, ਆਪਣਾ ਪਰਮਿਟ ਅੱਗੇ ਲੈ ਸਕਦੇ ਆ। ਸੋ ਇਹ ਆਪਸ਼ਨਸ ਉਹਨਾਂ ਵਾਸਤੇ ਹੈ ਜਿਨ੍ਹਾਂ ਕੋਲੋਂ ਆਇਲਸ ਅਕੈਡਮਿਕ ਨਹੀਂ ਹੁੰਦੀ ਪਈ ਸੀ। ਸੋ ਜੇ UKV ਆਇਲਸ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਵਾਸਤੇ ਇੱਕ ਪਰਫੈਕਟ ਆਪਸ਼ਨ ਆ, ਤੁਸੀਂ ਕਰ ਸਕਦੇ ਹੋ। 5 ਬੈਂਡ ਓਵਰਆਲ ਚਾਹੀਦੇ ਆ, 4.5 ਇੱਕ 'ਚ ਵੀ ਰਹਿ ਜਾਣ ਤਾਂ ਵੀ ਕੋਈ ਗੱਲ ਨਹੀਂ। ਜੀ ਬਿਲਕੁਲ। ਸੋ ਇਸੇ ਲਈ ਸਵਾਲ ਸੀ ਕਿਉਂਕਿ ਜਿਹੜੇ ਸਟੂਡੈਂਟਸ ਸਿਰਫ ਔਰ ਸਿਰਫ UK ਹੀ ਜਾਣਾ ਚਾਹੁੰਦੇ ਨੇ, ਸੋ ਉਹਨਾਂ ਨੂੰ UKV ਆਇਲਸ ਕੀਤੇ ਦਾ ਬਹੁਤ ਫਾਇਦਾ ਹੋ ਸਕਦਾ ਹੈ ਤੇ ਤੁਸੀਂ ਇਸ ਆਪਸ਼ਨ ਵੱਲ ਵੀ ਧਿਆਨ ਜ਼ਰੂਰ ਦੇ ਸਕਦੇ ਹੋ। ਤੇ ਬਾਕੀ ਅਗਰ ਆਪਾਂ ਅੱਗੋਂ ਗੱਲ ਕਰੀਏ ਸਟੂਡੈਂਟਸ ਦੇ ਸਵਾਲਾਂ ਦੀ, ਤਾਂ ਸਵਾਲ ਹੋਰ ਵੀ ਬੜੇ ਇਹ ਬਣੇ ਰਹਿੰਦੇ ਨੇ ਕਿ ਆਪਾਂ UK ਅਪਲਾਈ ਕਰਦੇ ਹਾਂ, ਸਕਸੈਸ ਰੇਟ ਹਮੇਸ਼ਾ ਹੀ ਦੇਖਦੇ ਬਹੁਤ ਹੀ ਅੱਛਾ ਰਹਿੰਦਾ ਹੈ, ਤਾਂ ਮੈਂ ਉਹ ਵੀ ਰਾਜ਼ ਜ਼ਰੂਰ ਸਮਝਣਾ ਚਾਹੂੰਗੀ ਕਿ ਆਖਿਰ UK
ਇੰਨਾ ਜ਼ਿਆਦਾ ਸਕਸੈਸ ਰੇਟ ਸਟੂਡੈਂਟਸ ਨੂੰ ਦਿੰਦਾ ਹੈ, ਮਤਲਬ ਕਹਿੰਦਾ ਵੈਲਕਮ ਹੈ ਜੀ, ਆ ਜਾਓ ਸਟੂਡੈਂਟਸ ਨੂੰ ਦੇਖੋ ਇਨਵਾਈਟ ਕਰ ਰਹੇ ਇਹ ਨਾ ਲਗਾਤਾਰ। ਇਹ ਉਹ ਗੱਲਾਂ ਵੀ ਰਾਤੀ ਦਹੀਂ ਜਮਾਇਆ ਤੇ ਸਵੇਰੇ ਜੰਮ ਗਿਆ, ਐਡਾ ਜੀ। ਸੌਖਾ ਕੰਮ ਨਹੀਂ ਹੈਗਾ ਜੀ। ਇਹ ਦੁੱਧ ਤੋਂ ਦਹੀਂ ਬਣਦਾ, ਠੀਕ ਹੈ। ਇਹ ਤੁਹਾਡੇ ਪ੍ਰੋਫਾਈਲ ਤੁਹਾਡੇ 10ਵੀਂ 12ਵੀਂ ਦੇ ਸਰਟੀਫਿਕੇਟ ਤੋਂ ਸਿੱਧਾ ਯੂਕੇ ਦਾ ਵੀਜ਼ਾ ਨਹੀਂ ਆਉਂਦਾ। ਜੀ ਇਹਦੇ ਵਿੱਚ ਇੰਨੇ ਕੁ ਵੱਲ ਤਲੰਗੇ ਹੈਗੇ ਆ। ਤੁਸੀਂ ਜੇ ਇੱਕ ਕੰਸਲਟੈਂਟ ਦੀ ਜ਼ੁਬਾਨੀ ਸੁਣਨਾ ਚਾਹੋਗੇ ਤਾਂ ਜਿਹੜੇ 2 ਤੋਂ 2.5 ਮਹੀਨੇ ਲੱਗਦੇ ਆ, ਡੇ ਬਾਏ ਡੇ ਇਨਫੋਰਮੇਸ਼ਨਸ ਇੰਨੀਆਂ ਕੁ ਇਕੱਠੀਆਂ ਕਰਨੀਆਂ ਪੈਂਦੀਆਂ। ਯੂਨੀਵਰਸਿਟੀ ਦਾ ਰਵੱਈਆ ਚੈੱਕ ਕਰਨਾ ਪੈਂਦਾ, ਯੂਨੀਵਰਸਿਟੀ ਦੇ ਨਾਲ ਦੇਖਣਾ ਪੈਂਦਾ ਹੈ ਕਿ ਪਿਛਲੇ ਬੱਚਿਆਂ ਨੇ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕਰਤੀ। ਹੁਣ ਪਿੱਛੇ ਜੇ ਕਈ ਯੂਨੀਵਰਸਿਟੀਜ਼ ਇੱਦਾਂ ਦੀਆਂ ਸੀਗੀਆਂ ਜਿੱਥੇ ਕਾਫੀ ਬੱਚੇ ਇਲੀਗਲ ਹੋ ਗਏ, ਉਹ ਬੱਚਿਆਂ ਦਾ ਕੋਈ ਰਿਕਾਰਡ ਹੀ ਹੈ ਨਹੀਂ, ਬੱਚੇ ਕਿੱਥੇ ਚਲੇ ਗਏ, ਕੀ ਨਹੀਂ ਚਲੇ ਗਿਆ। ਯੂਨੀਵਰਸਿਟੀ ਕਹਿੰਦੀ ਆ ਜੀ ਇੱਕ ਕੰਮ ਕਰਦੇ ਆ ਜੀ, ਅਸੀਂ ਆਉਣ ਵਾਲੇ ਇਨਟੇਕਸ ਦੇ ਵਿੱਚ ਆ ਕੋਰਸ ਹੀ ਬੰਦ ਕਰ ਦੇਣਾ। ਹੁਣ ਗੱਲ ਇੱਥੇ ਆ ਗਈ ਕਿ ਜੇ ਅਸੀਂ 50 ਬੱਚੇ ਉਸ ਕੋਰਸ ਦੇ ਵਿੱਚ ਪਾਏ ਹੋਏ ਆ, ਯੂਨੀਵਰਸਿਟੀ ਨੇ ਚੁੱਪ ਚਪੀਤੇ ਸਵੇਰੇ ਮੇਲ ਕਰਤੀ ਜੀ ਇਹ ਕੋਰਸ ਨਹੀਂ ਚੱਲਣਾ ਕਿਉਂਕਿ ਪਿਛਲੇ ਬੱਚੇ ਨਹੀਂ ਇੱਥੇ ਹੈਗੇ। ਓਕੇ। ਸੋ ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨਾ, ਉਦੋਂ ਪਤਾ ਲੱਗਦਾ ਕਿ ਕੰਸਲਟੈਂਟ ਬਣਨਾ ਸੌਖਾ ਹੈ ਕਿ ਔਖਾ ਹੈ। ਇਹ ਵੀਜ਼ੇ ਸੌਖੇ ਨਹੀਂ ਆਉਂਦੇ, ਇਹ ਸਾਰਾ ਕੁਝ ਇੱਕ ਹਰਡਲ ਹੈ। ਹਰਡਲ ਟੱਪ ਕੇ ਜਦੋਂ ਅਸੀਂ ਜਾਂਦੇ ਹਾਂ ਤਾਂ 3 ਮਹੀਨਿਆਂ ਬਾਅਦ ਜਾ ਕੇ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਪੋਜ਼ਿਟਿਵ ਦਿੰਦੇ ਆ। ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ। ਔਰ ਜਿਹੜੀ ਤੁਹਾਡੀ ਨਵੀਂ ਬ੍ਰਾਂਚ ਸ਼ੁਰੂ ਹੋਣ ਜਾ ਰਹੀ ਹੈ, ਮੈਂ ਉਸ ਬਾਰੇ ਵੀ ਜ਼ਰੂਰ ਚਾਹਾਂਗੀ ਅੱਜ ਦੇ ਸ਼ੋਅ ਵਿੱਚ ਵੀ ਆਪਾਂ ਸਾਰੀ ਜਾਣਕਾਰੀ ਉਹ ਵੀ ਸਟੂਡੈਂਟਸ ਨੂੰ ਜ਼ਰੂਰ ਦਈਏ। ਰਾਈਟ ਜੀ। ਤੁਹਾਡਾ ਸਾਰਿਆਂ ਦਾ ਟਰਸਟ ਫੈਕਟਰ ਇੰਨਾ ਕੁ ਜ਼ਿਆਦਾ ਸੀ ਸਾਡੇ ਤੇ, ਜਿਹਨੇ ਸਾਨੂੰ ਖੁਸ਼ੀ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅਸੀਂ, ਤੇ ਅਸੀਂ ਕਾਮਯਾਬੀ ਆਪਣੀ ਤੁਹਾਡੇ ਨਾਲ ਸ਼ੇਅਰ ਕਰਦੇ ਪਏ ਹਾਂ। ਸੁਲਤਾਨਪੁਰ ਲੋਧੀ ਦੇ ਵਿੱਚ ਅਸੀਂ ਆਪਣਾ ਜਿਹੜਾ ਦਫ਼ਤਰ ਆ ਉਹ ਨਵਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ। ਬਾਬੇ ਨਾਨਕ ਦੀ ਨਗਰੀ ਦੇ ਵਿੱਚ ਬਾਬੇ ਨਾਨਕ ਦੇ ਆਸ਼ੀਰਵਾਦ ਦੇ ਨਾਲ, ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਅਸੀਂ ਉੱਥੇ ਆਪਣਾ ਨਵਾਂ ਆਫਿਸ ਖੋਲ੍ਹਣ ਜਾ ਰਹੇ ਹਾਂ। ਉਹਦੀਆਂ ਡਿਟੇਲਸ ਬਹੁਤ ਜਲਦ ਮੇਰੇ ਪਲੇਟਫਾਰਮਸ ਤੇ ਜਿਹੜੇ ਸੋਸ਼ਲ ਮੀਡੀਆਜ਼ ਤੇ ਉਹ ਉੱਥੇ ਪੈ ਜਾਣੀਆਂ। ਉਹਦੇ ਕਿਦਨ ਉਹਦੀ ਇਨੋਗ੍ਰੇਸ਼ਨ ਆ, ਬਹੁਤ ਜਲਦ ਉੱਥੇ ਮੈਂ ਤੁਹਾਨੂੰ ਮਿਲੂੰਗਾ ਜੀ। ਮੈਂ ਦਿਨ ਵੀ ਫਾਈਨਲਾਈਜ਼ ਕਰ ਲੈਣੇ ਆ, ਹੋਪਫੁਲੀ ਬੁੱਧਵਾਰ ਵੀਰਵਾਰ ਹੋਊਗਾ। ਉੱਥੇ ਟਾਈਮਿੰਗਸ ਤੁਹਾਨੂੰ ਮੈਂਸ਼ਨ ਕਰ ਦਿੱਤੀਆਂ ਜਾਣਗੀਆਂ। ਤੁਸੀਂ ਆਪਣੀਆਂ ਇਨਕੁਆਇਰੀਜ਼ ਜਿਹੜੀਆਂ ਆ, ਤੁਹਾਨੂੰ ਸਫ਼ਰ ਦਾ ਪੈਂਡਾ ਮਾਰਦਾ ਹੁੰਦਾ ਸੀਗਾ, ਉਹਦੇ ਵਾਸਤੇ ਅਸੀਂ ਤੁਹਾਡੇ ਕੋਲ ਆਪ ਚੱਲ ਕੇ ਉੱਥੇ ਆ ਗਏ ਹਾਂ। ਤੁਸੀਂ ਸੁਲਤਾਨਪੁਰ ਵਾਲੇ, ਲੋਹੀਆਂ ਵਾਲੇ, ਤਲਵੰਡੀ ਸਾਬੋ ਵਾਲੇ ਜਾਂ ਤਰਨਤਾਰਨ ਵਾਲੇ, ਫਿਰੋਜ਼ਪੁਰ ਵਾਲੇ, ਤੁਹਾਡੇ ਸਾਰਿਆਂ ਵਾਸਤੇ ਤਕਰੀਬਨ ਜਲੰਧਰ ਆਉਣ ਦਾ ਅੱਧਾ ਪੈਂਡਾ ਕੰਪਲੀਟ ਕਰਾਤਾ। ਉੱਥੇ ਇੱਕ ਸਟਾਪੇਜ ਹੋ ਗਿਆ ਜਿੱਥੇ ਤੁਹਾਨੂੰ ਸਾਰੀਆਂ ਸਰਵਿਸਿਜ਼ ਮਿਲਣਗੀਆਂ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਸਪਾਊਸ ਵੀਜ਼ਾ ਦੀਆਂ, UK, ਕੈਨੇਡਾ, ਆਸਟ੍ਰੇਲੀਆ, USA, ਯੂਰਪ, ਇਹ ਸਾਰੀਆਂ ਕੰਟਰੀਜ਼ ਦੀਆਂ ਆਪਸ਼ਨਸ ਉੱਥੇ ਮਿਲਣਗੀਆਂ। ਸਿਰਫ ਤੇ ਸਿਰਫ ਤੁਸੀਂ ਸਾਡਾ ਨੰਬਰ ਜਿਹੜਾ ਆ ਉਹ ਕਾਲ ਕਰ ਲੈਣਾ। ਤੁਸੀਂ ਸਾਡੇ ਪੇਜ ਤੇ ਇਨ ਟੱਚ ਵਿੱਚ ਰਹੀਓ। ਸਾਡਾ VSS ਇਮੀਗ੍ਰੇਸ਼ਨ ਫੇਸਬੁੱਕ, ਇੰਸਟਾਗ੍ਰਾਮ ਤੇ ਪੇਜ ਹੈ, ਉੱਥੇ ਸਾਰੀਆਂ ਅਪਡੇਟਸ ਪੈਂਦੀਆਂ ਰਹਿਣਗੀਆਂ। ਤੁਹਾਨੂੰ ਬਕਾਇਦਾ ਹਰੇਕ ਪਲੇਟਫਾਰਮ ਦੇ ਥਰੂ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਊਗਾ। ਬਿਲਕੁਲ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਸੋ VSS ਇਮੀਗ੍ਰੇਸ਼ਨਸ ਵੱਲੋਂ UK ਦੇ ਨਾਲ ਨਾਲ ਕੈਨੇਡਾ ਔਰ ਆਸਟ੍ਰੇਲੀਆ ਲਈ ਵੀ ਫਾਈਲਿੰਗ ਕੀਤੀ ਜਾਂਦੀ ਹੈ। ਸੋ ਥੋੜਾ ਜਿਹਾ ਅਪਡੇਟ ਆਪਾਂ ਕੈਨੇਡਾ ਆਸਟ੍ਰੇਲੀਆ ਦਾ ਵੀ ਜ਼ਰੂਰ ਸਟੂਡੈਂਟਸ ਨਾਲ ਸ਼ੇਅਰ ਕਰ ਲਈਏ। ਸੋ ਆਪਾਂ ਕੈਨੇਡਾ ਦੀ ਜਦੋਂ ਗੱਲ ਕਰਦੇ ਹਾਂ, ਰੀਸੈਂਟਲੀ ਕੁਝ ਚੀਜ਼ਾਂ ਸੁਣਨ ਚਾਹੀਆਂ ਕਿ ਫੇਕ ਡਾਕੂਮੈਂਟਸ ਲੱਗੇ ਹੋਏ ਸੀ। ਹੁਣ ਜੋ ਹੈ ਜਦ ਸਟੂਡੈਂਟ ਨੇ PR ਲਈ ਜਾਂ ਵਰਕ ਪਰਮਿਟ ਲਈ ਅਪਲਾਈ ਕੀਤਾ, ਉਸ ਤੋਂ ਬਾਅਦ ਜਦੋਂ ਐਮਬੈਸੀ ਨੇ ਡਾਕੂਮੈਂਟਸ ਦੇਖੇ ਤਾਂ ਪਤਾ ਚੱਲਿਆ ਕਿ ਵਿੱਚ ਕੁਝ ਫੇਕ ਡਾਕੂਮੈਂਟਸ ਲੱਗੇ ਹੋਏ ਸੀ। ਸੋ ਇਹਨਾਂ ਚੀਜ਼ਾਂ ਤੋਂ ਸਟੂਡੈਂਟ ਅਵੇਅਰ ਰਹਿਣ ਅਪਲਾਈ ਕਰਨ ਵੇਲੇ ਕਿ ਕਿਸ ਤਰ੍ਹਾਂ ਦੇ ਏਜੰਟ ਦੀ, ਕੰਸਲਟੈਂਟ ਦੀ ਚੋਣ ਕਰਨੀ ਚਾਹੀਦੀ ਹੈ, ਤਾਂ ਕਿ ਦੇਖੋ ਸਟੂਡੈਂਟ ਨੇ ਪੜ੍ਹਾਈ ਵੀ ਪੂਰੀ ਕੀਤੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ, ਉਸ ਤੋਂ ਬਾਅਦ ਅਗਰ ਉਹਨਾਂ ਦੇ ਫੇਕ ਡਾਕੂਮੈਂਟਸ ਫੜੇ ਗਏ ਤਾਂ ਫਿਰ ਉਹਨਾਂ ਦਾ ਮਤਲਬ ਫਿਊਚਰ ਆਪਾਂ ਕਿਵੇਂ ਸਮਝ ਸਕਦੇ। ਸੋ ਸਟੂਡੈਂਟਸ ਨੂੰ ਫਸਟ ਸਟੈਪ ਤੇ ਕੀ ਤੁਸੀਂ ਕਹਿਣਾ ਚਾਹੋਗੇ, ਕਿਵੇਂ ਚੱਲਣਾ ਚਾਹੀਦਾ? ਦੇਖੋ ਫੇਕਨੈਸ ਜਿਹੜੀ ਹੈ ਨਾ ਫੌਜ ਡਾਕੂਮੈਂਟਸ ਦੀ, ਉਹ ਪਹਿਲਾਂ ਹੀ ਇੱਕ ਇਲੀਗਲ ਐਕਟੀਵਿਟੀ ਹੈ, ਇਹ ਨਹੀਂ ਕਰਨੀ ਚਾਹੀਦੀ। ਇਹਦਾ ਹਮੇਸ਼ਾ ਹੀ ਭਾਵੇਂ 5 ਸਾਲ ਤੇ ਭਾਵੇਂ 10 ਸਾਲ ਬਾਅਦ ਡਰ ਲੱਗਿਆ ਰਹਿਣਾ ਕਿ ਕਦੀ ਫੜੇ ਤਾਂ ਨਾ ਜਾਈਏ। ਸੋ ਜੇ ਫੜੇ ਗਏ ਤਾਂ ਤੁਹਾਨੂੰ ਪਤਾ ਹੈ ਸਭ ਕੀਤਾ ਕਰਾਇਆ ਖੂਹ ਜਾ, ਅਗਲੇ ਤੁਹਾਨੂੰ ਆਪਣਾ ਕੱਪੜਿਆਂ ਦਾ ਅਟੈਚ ਹੀ ਨਹੀਂ ਪੈਕ ਕਰਨ ਦਿੰਦੇ, ਉਸੇ ਵੇਲੇ ਤੁਹਾਨੂੰ ਵਾਪਸ ਘੱਲ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਨਾ ਪਰਫਾਰਮ ਕਰੋ ਤੇ ਨਾ ਤੁਸੀਂ ਕਿਸੇ ਐਕਟੀਵਿਟੀ ਦੇ ਵਿੱਚ ਆਓ, ਕਿਉਂਕਿ ਤੁਸੀਂ ਚੰਗੇ ਪੈਸੇ ਲਾ ਕੇ ਜਾਣਾ ਆ। ਅੱਜ ਤੁਸੀਂ ਵੀਜ਼ਾ ਲੈ ਲੈਂਦੇ ਹੋ, ਕੱਲ੍ਹ ਨੂੰ ਜੇ ਤੁਹਾਡਾ ਕੈਨੇਡਾ ਦੇ ਵਿੱਚ ਗੱਲ ਕਰਦਾ ਪਿਆ, ਫੌਜ ਡਾਕੂਮੈਂਟਸ ਇੰਨੇ ਕੁ ਜ਼ਿਆਦਾ ਬੁਰੇ ਤਰੀਕੇ ਨਾਲ ਅਖਬਾਰਾਂ ਦੇ ਵਿੱਚ ਆਏ ਆ, ਵੈਬਸਾਈਟ ਤੇ CIC ਨੇ ਪਾਤੇ ਕਿ ਆ ਫਲਾਣੀ ਯੂਨੀਵਰਸਿਟੀਆਂ ਸਾਡੇ ਕੋਲ ਗਲਤ ਆਈਆਂ ਸੀਗੀਆਂ, ਅਸੀਂ ਮੁੜ ਕੇ ਦੇਖਿਆ ਰੈਕਗਨਾਈਜ਼ਡ ਹੈ ਨਹੀਂ। ਉਹਨਾਂ ਨੇ ਬਾਹੋਂ ਫੜ ਕੇ ਬੰਦੇ ਬਾਹਰ ਕੱਢ ਕੇ ਵਾਪਸ ਭੇਜੇ। ਸੋ ਇਹ ਜਿਹੜੀਆਂ ਫੌਜ ਐਕਟੀਵਿਟੀਜ਼ ਆ, ਇਹਨੂੰ ਮੈਂ ਇਲੀਗਲ ਐਕਟੀਵਿਟੀ ਦੇ ਵਿੱਚ ਕੰਸੀਡਰ ਕਰਦਾ ਤੇ ਮੈਂ ਇਹਨੂੰ ਪਰਫਾਰਮ ਕਰਨ ਦੀ ਕੋਈ ਵੀ ਰეკਮੈਂਡੇਸ਼ਨ ਨਹੀਂ ਦੇਣਾ ਕਿਸੇ ਵੀ ਕੰਸਲਟੈਂਟ ਨੂੰ, ਕਿਸੇ ਵੀ ਸਟੂਡੈਂਟ ਨੂੰ। ਬਿਲਕੁਲ ਬਿਲਕੁਲ ਬਿਲਕੁਲ। ਤੇ ਚਲੋ ਮੈਂ ਜ਼ਰੂਰ ਹੁਣ ਕੈਨੇਡਾ ਦੀ ਆਪਾਂ ਗੱਲ ਕਰ ਹੀ ਰਹੇ ਹਾਂ, ਕਮਿੰਗ ਕਿਸ ਇਨਟੇਕ ਲਈ ਸਟੂਡੈਂਟਸ ਨੂੰ ਸੁਜੈਸਟ ਕਰਦੇ ਹੋ, SDS ਔਰ ਨਾਨ SDS, ਕਿਸ ਦਾ ਤੁਸੀਂ ਸਕਸੈਸ ਰੇਟ ਜ਼ਿਆਦਾ ਦੇਖ ਰਹੇ ਹੋ? ਮੇਰੇ ਆਫਿਸ ਦੇ ਵਿੱਚ ਜਾਂ ਮੇਰੇ ਫੇਸਬੁੱਕ ਸੋਸ਼ਲ ਮੀਡੀਆ ਦੇ ਪੇजेस ਤੇ ਮੈਂ ਹਮੇਸ਼ਾ 6.5 ਜਾਂ 6 ਈਚ ਨੂੰ ਹੀ ਰეკਮੈਂਡੇਸ਼ਨ ਦਿੱਤੀ ਹੈ, ਕਿਉਂਕਿ ਬਹੁਤ ਸਾਰੇ ਕੰਸਲਟੈਂਟ ਕਹਿੰਦੇ ਸੀਗੇ ਲਾਈਵ ਹੋ ਕੇ ਦੱਸ ਦੇਣਾ ਕਿ 5.5 ਤੇ ਇੱਕ ਵੀਜ਼ਾ ਆਇਆ ਸਾਡਾ, ਅੱਜ 2 ਵੀਜ਼ੇ ਆਏ, ਇਹ ਨਹੀਂ ਦੱਸਦੇ ਸੀਗੇ ਪਿੱਛੇ ਰਿਫਿਊਜ਼ ਕਿੰਨੇ ਹੋਏ। ਸੋ ਕੈਨੇਡਾ ਦਾ ਜਿਹੜਾ ਆਉਣ ਵਾਲਾ ਟਾਈਮ ਆ ਉਹ SDS ਦਾ ਹੀ ਹੈਗਾ ਆ। ਉੱਥੇ ਇਹ ਮੈਟਰ ਨਹੀਂ ਕਰਦਾ ਆਇਲਸ ਕੀਤੀ ਕਿ PT ਕੀਤੀ ਹੋਈ ਆ, ਮੈਟਰ ਇਹ ਕਰਦਾ ਪਿਆ ਤੁਸੀਂ ਸਟੱਡੀ ਕਦੋਂ ਕੰਪਲੀਟ ਕੀਤੀ ਹੈ, ਤੁਹਾਡੇ 6 ਈਚ ਹੈਗੇ ਆ ਕਿ ਨਹੀਂ ਹੈਗੇ ਆ। ਜੇ ਮਾਸਟਰਸ ਕਰਨ ਵਾਸਤੇ ਜਾਣਾ ਚਾਹੁੰਦੇ ਹੋ 6.5 6 ਈਚ ਹੈਗੇ ਕਿ ਨਹੀਂ ਹੈਗੇ। ਇਹ 3-4 ਚੀਜ਼ਾਂ ਜਿਹੜੀਆਂ ਆ ਉਹ ਥੰਬ ਰੂਲ ਦੇ ਨਾਲ ਤੁਸੀਂ ਅਗਰ ਚੈੱਕ ਕਰ ਲਓਗੇ, ਤੁਸੀਂ ਕੰਸਲਟੈਂਟਸ
ਜਿਹੜੇ ਵੀ ਆਫਿਸ ਲੈ ਕੇ ਲੈਣਾ ਚਾਹੁੰਦੇ ਹੋ, ਕੰਸਲਟੈਂਸੀ ਲੈਣਾ ਚਾਹੁੰਦੇ ਹੋ, ਉਹ ਤੁਸੀਂ ਲੈ ਸਕਦੇ ਹੋ। ਮੈਂ ਆਪਣੀ ਗੱਲ ਨਹੀਂ ਕਰਦਾ, ਬਟ ਇਹ ਤੁਹਾਡੇ ਫਾਇਦੇ ਦੀ ਗੱਲ ਕਰਦਾ ਕਿ ਜਿਹੜਾ ਆਫਿਸ ਤੁਹਾਨੂੰ ਚੰਗਾ ਲੱਗਦਾ ਤੁਸੀਂ ਉੱਥੇ ਜਾ ਸਕਦੇ ਹੋ ਤੇ ਆਪਣੀ ਕੈਨੇਡਾ ਦਾ ਪੜ੍ਹਨ ਦਾ ਸੁਪਨਾ ਉਹ ਪੂਰਾ ਕਰ ਸਕਦੇ ਹੋ। ਜੀ ਕਾਲ ਆਪਾਂ ਰਿਸੀਵ ਕਰ ਲਈਏ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮਨਜੋਤ ਗੱਲ ਕਰ ਰਹੀ ਹਾਂ ਮੈਂ ਜੀ ਤੋਂ। ਹਾਂਜੀ ਕੀ ਸਵਾਲ ਹੈ ਜੀ ਤੁਹਾਡਾ? ਜੀ ਮੈਮ, ਮੇਰੀ 2019 ਦੀ ਮਾਸਟਰਸ ਕੀਤੀ ਹੋਈ ਹੈ। ਓਕੇ ਹਾਂਜੀ, ਔਰ ਲਾਈਕ ਮੇਰੇ 778 ਰੈਂਕ ਵੀ ਸੀਗੇ ਔਰ ਮੈਂ ਆਪਣੀ ਕੈਨੇਡਾ ਲਈ ਫਾਈਲ ਲਗਵਾਈ ਸੀ। ਨਾउ ਇਟਸ बीन 2 ਇਅਰਸ ਹਨਾ, ਤਾਂ ਮੇਰੀ ਰਿਫਿਊਜ਼ਲ ਆ ਚੁੱਕੀ ਹੋਈ ਹੈ ਕੈਨੇਡਾ ਤੋਂ। ਓਕੇ ਜੀ ਜੀ ਬਟ ਉਹ ਪ੍ਰੋਬਲਮ ਇਹ ਹੈ ਕਿ ਮੇਰੀ ਆਈਐਲਟਸ ਐਕਸਪਾਇਰ ਹੋ ਜਾਏਗੀ ਔਰ ਯੂਕੇ ਦਾ ਵੀ ਮਤਲਬ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ? ਨਵਜੋਤ ਤੁਹਾਡੇ ਮਾਰਕਸ ਕਿੰਨੇ ਆ ਮਾਸਟਰਸ ਦੇ ਵਿੱਚ? ਮਾਸਟਰ ਦੇ ਸਰ ਮੇਰੇ 58% ਮਾਰਕਸ ਦੈਟਸ ਸੋ ਫਾਈਨ। ਤੁਸੀਂ ਕੈਨੇਡਾ ਆਲਰੇਡੀ 2 ਸਾਲ ਤੋਂ ਟਾਈਮ ਖਰਾਬ ਕਰ ਲਿਆ, ਤੁਹਾਡਾ ਬੈਡ ਲੱਕ ਆ, ਉਹਦੇ ਵਾਸਤੇ ਸਾਨੂੰ ਵੀ ਅਫਸੋਸ ਆ, ਬਟ ਇਹਦਾ ਇਹ ਨਹੀਂ ਮਤਲਬ ਕਿ ਮਾਸਟਰਸ ਕੀਤੀ ਆ ਤੇ ਖੂਹ 'ਚ ਚਲੇਗੀ। ਹੁਣ ਤੁਸੀਂ ਮਾਸਟਰਸ ਕੀਤੀ ਹੋਈ ਹੈ, ਮਾਸਟਰਸ ਦੇ ਉੱਪਰ ਹੀ ਮਾਸਟਰਸ ਤੁਸੀਂ ਕਰ ਸਕਦੇ ਹੋ ਵਿਦਆਊਟ ਐਨੀ ਟਾਈਮ ਵੇਸਟੇਜ। ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ, ਕੋਈ ਆਇਲਸ ਦੀ ਲੋੜ ਨਹੀਂ ਹੈ। ਧਿਆਨ ਨਾਲ ਸੁਣ ਲਓ, ਜੇ 777 ਬੈਂਡ ਸੀਗੇ ਜਾਂ ਵਾਟਸਐਵਰ ਤੁਹਾਡੇ ਬੈਂਡ ਸਕੋਰ ਸੀਗੇ, ਇਸ ਟਾਈਮ ਤੇ ਤੁਸੀਂ ਵਿਦਆਊਟ ਆਇਲਸ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾ ਸਕਦੇ ਹੋ, ਦਰਜ ਕਰਾ ਸਕਦੇ ਹੋ ਯੂਕੇ ਦੇ ਵਿੱਚ। ਤੇ ਜੇਕਰ ਤੁਸੀਂ ਮੈਂ ਕਿਹਾ ਮੈਡਮ ਤੁਹਾਨੂੰ ਮੈਂ ਇਹੀ ਦੇਵਾਂਗੇ, ਕੁਝ ਸਿਲੈਕਟਡ ਪ੍ਰੋਫਾਈਲਸ ਹੈ ਜਿਨ੍ਹਾਂ ਨਾਲ ਮੈਂ ਇੱਥੇ ਟੀਵੀ ਤੇ ਗੱਲ ਕਰ ਰਿਹਾ, ਤੇ ਜੇਕਰ ਤੁਸੀਂ ਮੈਂ ਮੰਗਦੇ ਹੋ ਤੇ ਮੈਂ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ, ਇਸ ਕਰਕੇ ਤੁਹਾਡੀ ਕਾਲ ਅਸੈਪਟ ਕਰਦੇ ਹਾਂ। ਤੁਹਾਡੇ ਡਾਕੂਮੈਂਟਸ ਸਿਰਫ ਸਾਨੂੰ ਚਾਹੀਦੇ ਆ, ਤੁਸੀਂ ਆਪਣੇ ਡਾਕੂਮੈਂਟਸ ਦੇ ਨਾਲ ਆਪਣੇ ਡਿਸੀਜਨ ਮੇਕਰ ਦੇ ਨਾਲ ਸਾਡੇ ਆਫਿਸ ਵਿਜ਼ਿਟ ਕਰੋ। ਮੰਡੇ ਮੈਂ ਆਫਿਸ ਦੇ ਵਿੱਚ ਅਵੇਲੇਬਲ ਹਾਂ, ਤੁਸੀਂ 11 ਵਜੇ ਆਨਵਰਡਸ ਆ ਸਕਦੇ ਹੋ। ਜੀ ਥੈਂਕ ਯੂ ਸੋ ਮਚ ਜੀ ਸ਼ੋਅ ਵਿੱਚ ਕਾਲ ਕਰਨ ਲਈ। ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਜਿਹੜੇ ਇਨ ਕੇਸ ਸ਼ੋਅ ਵਿੱਚ ਕਾਲ ਨਹੀਂ ਵੀ ਕਰ ਪਾਏ ਨੇ, ਤੁਸੀਂ ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਤੇ ਕਾਲ ਕਰ ਸਕਦੇ ਹੋ। ਇਹ ਨੰਬਰ ਤੁਸੀਂ ਸੇਵ ਕਰਕੇ ਰੱਖੋ, VSS ਇਮੀਗ੍ਰੇਸ਼ਨ ਦਾ ਨੰਬਰ ਹੈ, ਜਲੰਧਰ ਦੇ ਵਿੱਚ ਆਫਿਸ ਹੈ, ਡਾਕੂਮੈਂਟਸ ਲੈ ਕੇ ਵਿਜ਼ਿਟ ਵੀ ਕਰ ਸਕਦੇ ਹੋ। ਤੇ ਇੱਥੇ ਮੈਂ ਗੱਲ ਕਰਨਾ ਚਾਹੂੰਗੀ, ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਪ੍ਰੈਫਰੈਂਸ ਨੂੰ ਲੈ ਕੇ, ਤੇ ਕਿੰਨਾ ਕੁ ਸਕਸੈਸ ਰੇਟ ਆਪਾਂ ਦੇਖਦੇ ਹਾਂ ਜਦੋਂ ਕੰਸਲਟੈਂਟ ਦੀ ਪ੍ਰੈਫਰੈਂਸ ਤੇ ਸਟੂਡੈਂਟ ਚੱਲਦਾ ਹੈ ਕਿ ਕਿਹੜਾ ਕੋਰਸ ਸਿਲੈਕਸ਼ਨ, ਕਿਹੜੇ ਯੂਨੀਵਰਸਿਟੀ, ਕਿਹੜੇ ਪ੍ਰੋਵਿੰਸ ਜਾਣਾ ਹੈ, ਤੇ ਕਿੰਨਾ ਕੁ ਫਰਕ ਪੈਂਦਾ ਜਦੋਂ ਸਟੂਡੈਂਟ ਆਪਣੀ ਚੋਇਸ ਦੇ ਨਾਲ ਅੱਗੇ ਵੱਧਦਾ? ਮੈਮ ਦੇਖੋ, ਇਹਦੇ 'ਚ ਨਾ ਜਦੋਂ ਬੱਚਾ ਕਹਿੰਦਾ ਕਿ ਮੈਂ ਫਲਾਣੀ ਪਰਟੀਕੂਲਰ ਥਾਂ ਤੇ ਜਾਣਾ ਹੈ, ਅੱਛਾ ਕੱਲ ਨੂੰ ਰਵਈਆ ਯੂਨੀਵਰਸਿਟੀ ਤੇ ਹੁੰਦਾ ਕਿ ਨਹੀਂ ਸਾਡੀਆਂ ਸੀਟਾਂ ਭਰ ਗਈਆਂ, ਬੱਚਾ ਕਹਿੰਦਾ ਕਿ ਮੈਂ ਜਾਣਾ ਹੀ ਇੱਥੇ ਸੀਗਾ, ਬੱਚੇ ਦੇ 3 ਮਹੀਨੇ ਖਰਾਬ, ਅਗਲੀ ਵਾਰੀ ਉਹ ਇਨਟੇਕ ਨਹੀਂ ਆਉਂਦਾ। ਸੋ ਇਹ ਸਾਰੀਆਂ ਡਿਟੇਲਸ ਨੇ ਜਿਹੜੀਆਂ ਫਿਊਚਰਿਸਟਿਕ ਗੱਲਾਂ ਯੂਨੀਵਰਸਿਟੀ ਦੀਆਂ ਆਉਂਦੀਆਂ, ਇਹ ਸਾਨੂੰ ਆਪਣੇ ਸੋਰਸਿਸ ਥਰੂ ਪਤਾ ਚੱਲ ਜਾਂਦਾ ਹੈ ਕਿ ਇਹ ਕੋਰਸ ਕਿੰਨੀ ਦੇਰ ਤੱਕ ਚੱਲਣਾ, ਇਹਦੀਆਂ ਸੀਟਾਂ ਕਿੰਨੀਆਂ ਰਹਿ ਗਈਆਂ, ਤੇ ਜਾਂ ਫਿਰ ਅਸੀਂ ਕਹਿ ਦਈਏ ਕਿ ਸਾਡੀਆਂ ਰეკਮੈਂਡੇਸ਼ਨਸ ਹੀ ਹੁੰਦੀਆਂ ਕਿ ਇੰਨੀਆਂ ਸੀਟਾਂ ਪਈਆਂ ਆ, ਇੱਥੇ ਹੀ ਬੱਚਾ ਪਾਵਾਂਗੇ। ਇਹਦੇ ਵਿੱਚ ਸਾਨੂੰ ਵੀ ਤੰਗੀ ਕੋਈ ਨਹੀਂ ਆਉਂਦੀ, ਬੱਚੇ ਦਾ ਵੀ ਟਾਈਮ ਤੇ ਕੰਮ ਹੋ ਜਾਂਦਾ ਹੈ ਤੇ ਬੱਚੇ ਨੂੰ ਰਿਜ਼ਲਟ ਵੀ ਪਹਿਲਾਂ ਮਿਲ ਜਾਂਦਾ ਟਾਈਮ ਤੇ। ਕਿਸੇ ਤਰੀਕੇ ਦਾ ਕੋਈ ਪ੍ਰੋਬਲਮ ਨਹੀਂ ਹੈ, ਕਿਸੇ ਤਰੀਕੇ ਦੀ ਕੋਈ ਆਰਗੂਮੈਂਟ ਨਹੀਂ ਹੁੰਦੀ। ਜਿੱਥੇ ਤੁਸੀਂ ਆਪਣੀ ਮਰਜ਼ੀ ਕਰਨੀ ਆ ਫਿਰ ਤੁਹਾਡੀ ਉਹ ਮਰਜ਼ੀ ਹੋਈ ਜਾਣੀ ਹੈ ਤੇ ਕੰਮ ਨਹੀਂ ਹੋਣਾ। ਜੇ ਤੁਸੀਂ ਕੰਮ ਚਾਹੁੰਦੇ ਹੋ, ਆਪਣਾ ਪੋਜ਼ਿਟਿਵਿਟੀ ਨਾਲ ਰਿਜ਼ਲਟ ਚਾਹੁੰਦੇ ਹੋ, ਉੱਥੇ ਕਿਤੇ ਸਾਡੀ ਥੋੜੀ ਜਿਹੀ ਸੂਝਬਣ ਜਿਹੜੀ ਸਾਡੀ ਸਿਆਣਪ ਹੈ ਉਹ ਵਰਤ ਲਿਆ ਕਰੋ, ਤਾਂ ਜੋ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਟਾਈਮ ਤੇ ਮਿਲ ਜਾਇਆ ਕਰੇ ਤੁਹਾਨੂੰ। ਜੀ ਬਿਲਕੁਲ। ਤੇ ਜਿਹੜੇ ਸਟੂਡੈਂਟਸ ਸ਼ੋਅ ਵੇਖਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਇਹ ਨਾ ਖੁਆਇਸ਼ ਹੁੰਦੀ ਹੈ ਕਿ ਤੁਹਾਨੂੰ ਹੀ ਮਿਲਣ, ਪਰ ਮੈਂ ਕਹਿੰਦੀ ਹਾਂ ਕਿ ਹਰ ਵੇਲੇ ਤੁਸੀਂ ਵੀ ਸਾਰੇ ਸਟੂਡੈਂਟ ਓਬਵੀਅਸਲੀ ਤੁਸੀਂ ਇਸ ਗੱਲ ਤੇ ਮੈਂ ਪੁਆਇੰਟ ਦੇ ਦਿੰਦਾ, ਤੁਸੀਂ ਮੇਰੀ ਟੀਮ ਬੈਠੀ ਹੈ ਜੀ ਆਫਿਸ ਦੇ ਵਿੱਚ, ਮੰਡੇ ਮੈਂ ਅਵੇਲੇਬਲ ਹਾਂ, ਤੁਸੀਂ ਮੰਡੇ ਆ ਸਕਦੇ ਹੋ। ਮੰਡੇ ਤੋਂ ਬਾਅਦ ਵਿੱਚ ਤੁਸੀਂ ਜਲੰਧਰ ਦੇ ਵਿੱਚ ਮੇਰੀ ਟੀਮ ਡੈਡੀਕੇਟਡ ਟੀਮ ਬੈਠੀ ਹੋਈ ਹੈ, ਸਾਰੀ ਮੈਂ ਹੀ ਚੰਡੀ ਹੋਈ ਹੈ ਜੀ, ਡੈਡੀਕੇਟਡ ਹੈ, ਟ੍ਰੇਨਡ ਟੀਮ ਹੈ, ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਪਲੱਸ ਉੱਥੇ ਮੈਡਮ ਮਿਸਿਸ SP ਬੈਠੇ ਹੋਣਗੇ, ਤੁਸੀਂ ਉਹਨਾਂ ਨੂੰ ਵੀ ਮਿਲ ਸਕਦੇ ਹੋ। ਆਪਣੀਆਂ ਜਿਹੜੀਆਂ ਵੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਉਹ ਉਹਨਾਂ ਨਾਲ ਵੀ ਡਿਸਕਸ ਕਰਕੇ ਉਹ ਵੀ ਮੇਰੇ ਤੱਕ ਡਾਇਰੈਕਟਲੀ ਆ ਜਾਣਗੀਆਂ। ਇੱਕ ਚੀਜ਼ ਤੋਂ ਘਬਰਾਉਂਦੇ ਹੋ ਕਿ ਤੁਹਾਡੀ ਫਾਈਲ ਸਹੀ ਹੱਥਾਂ 'ਚ ਹੈ ਨਹੀਂ ਕਿ ਨਹੀਂ, ਫਾਈਨਲਾਈਜ਼ ਜਦੋਂ ਤੁਹਾਡੀ ਫਾਈਲ ਕਰਨੀ ਆ ਜਾਂ ਐਪਲੀਕੇਸ਼ਨ ਜਾਣੀ ਆ, ਉਹ ਮੇਰੇ ਥਰੂ ਗੋ ਥਰੂ ਹੋ ਕੇ ਜਾਣੀ ਆ। ਅੰਬੈਸੀ ਤੱਕ ਵੀ ਜਦੋਂ ਜਾਣੀ ਆ ਉਹ ਵੀ ਮੇਰੇ ਗੋ ਥਰੂ ਹੋ ਕੇ ਜਾਣੀ ਆ। ਸੋ ਇਸ ਚੀਜ਼ ਦੀ ਚਿੰਤਾ ਮਤ ਕਰੋ ਕਿ ਤੁਹਾਡੀ ਫਾਈਲ ਤੇ ਮੈਂ ਨਹੀਂ ਦੇਖਦਾ, ਮੇਰੀ ਕੱਲੀ ਫਾਈਲ ਤੇ ਕੱਲੀ ਅੱਖ ਹੈਗੀ ਆ ਜੀ, ਚਿੰਤਾ ਨਾ ਕਰੋ, ਰਿਜ਼ਲਟ ਤਾਂ ਹੀ ਪੋਜ਼ਿਟਿਵ ਆਉਂਦਾ ਤੁਹਾਡਾ। ਜੀ ਬਿਲਕੁਲ, ਯਾਨੀ ਹਰੇਕ ਜਿਹੜੇ ਵੀ ਸਟੂਡੈਂਟ ਆਪਣੀ ਫਾਈਲ ਲਗਾਉਂਦਾ ਤੁਹਾਡੇ ਕੰਪਨੀ ਕੋਲ ਆਉਂਦਾ, ਹਰ ਇੱਕ ਫਾਈਲ ਤੇ ਤੁਸੀਂ ਖੁਦ ਧਿਆਨ ਦਿੰਦੇ ਹੋ। ਬਿਲਕੁਲ, ਤੇ ਠੀਕ ਹੈ ਜੀ। ਤੇ ਬਾਕੀ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਅੱਜ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਸਵਾਲ ਸਾਡੇ ਕੋਲ ਆਉਂਦੇ ਨੇ ਉਹਨਾਂ ਸਵਾਲਾਂ ਦੇ ਉੱਪਰ ਬੇਸ ਜੀ ਅਸੀਂ ਸਵਾਲਾਂ ਨੂੰ ਇਸ ਵਿੱਚ ਜਵਾਬ ਲਈਏ ਤੇ ਤੁਹਾਡੇ ਤੱਕ ਪਹੁੰਚਾਈਏ। ਪਰ ਕੋਈ ਸਵਾਲ ਰਹਿ ਗਿਆ ਹੋਵੇ ਸਾਡੇ ਤੋਂ ਤਾਂ ਨੰਬਰ ਡਿਸਪਲੇ ਹੈ, ਤੁਸੀਂ ਇਸ ਨੰਬਰ ਤੇ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ। ਜਲੰਧਰ ਦੇ ਵਿੱਚ VSS ਇਮੀਗ੍ਰੇਸ਼ਨ ਦਾ ਆਫਿਸ ਹੈ। ਟਾਈਮਲੀ ਆਪਣੇ ਡਾਕੂਮੈਂਟਸ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਓ, ਸਹੀ ਸਲਾਹ ਦੇ ਨਾਲ, ਵਧੀਆ ਗਾਈਡੈਂਸ ਦੇ ਨਾਲ ਸਹੀ ਆਪਸ਼ਨ ਨੂੰ ਚੂਜ਼ ਕਰਦੇ ਹੋਏ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰੋ। ਤੇ ਬਹੁਤ ਚੰਗਾ ਲੱਗਿਆ ਤੇ ਤੁਸੀਂ ਅੱਜ ਬਹੁਤ ਚੀਜ਼ਾਂ ਕਲੀਅਰ ਕੀਤੀਆਂ ਨੇ ਕਿ UK ਜਾਣਾ ਹੈ ਤਾਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ। ਬਹੁਤ ਬਹੁਤ ਥੈਂਕਸ ਤੁਹਾਡਾ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ ਜੀ।